ਬਾਣੀ ਵਿੱਚ ਇਹ ਲਿਖਿਆ ਹੈ ਕਿ ngਣ ਘਾਲੇ ਸਭ ਦਿਵਸ ਸਾਸ, ਨਾ ਵਧਣ ਘਟਣ ਤਿਲ ਸਾਰ। ਸਾਨੂੰ ਗਿਣ ਕੇ ਦੇ ਦਿੱਤੇ ਸਵਾਸ ਵੀ ਦਿਨ ਵੀ, ਨਾ ਵਧਣਗੇ ਤੇ ਨਾ ਘਟਣਗੇ। ਜਦੋਂ ਆ ਗਈ ਨਾ ਸਾਡੀ, ਕੋਈ ਸਾਨੂੰ ਬਚਾ ਨਹੀਂ ਸਕਦਾ, ਤੇ ਜਦੋਂ ਵਧੀਆ ਉਦੋਂ ਕੋਈ ਮਾਰ ਨਹੀਂ ਸਕਦਾ। ਇਹੋ ਹੀ ਗੱਲ ਸਤਿਗੁਰੂ ਜੀ ਸਾਨੂੰ ਕਹਿੰਦੇ ਨੇ, ਸਮਝਾਉਂਦੇ ਨੇ ਕਿ ਵੱਡੀ ਆਰਜਾ ਫਿਰ ਜਨਮੈ ਹਰ ਸਿਓ ਸੰਗ ਨਾ ਗਹਿਆ। ਆਸ ਲੈ ਕੇ ਹਾਂ ਕਸਰਤ ਕਰਿਆ ਕਰੋ। ਗੁਰੂ ਸਾਹਿਬ ਜੀ ਵੀ ਕਰਦੇ ਗਏ ਨੇ, ਗੁਰੂ ਸਾਹਿਬ ਜੀ ਘੋਲ ਵੀ ਕਰਦੇ ਸੀ। ਕਸਰਤ ਕਰੋ, ਇੱਕ ਵੱਖਰੀ ਗੱਲ ਹੈ ਸਰੀਰ ਨੂੰ ਸਾਫ਼ ਕਰਨ ਵਾਸਤੇ, ਪਰ ਇਹਦੇ ਨਾਲ ਸੰਬੰਧ ਕੋਈ ਨਹੀਂ ਹੈ। ਪਰਮਾਤਮਾ ਨੂੰ ਮਿਲਣਾ, ਵਾਹਿਗੁਰੂ ਨੂੰ ਮਿਲਣਾ। ਤੇ ਹੁਣ ਆਪਾਂ ਚੱਲੀਏ ਜੋ ਗੁਰੂ ਸਾਹਿਬ ਜੀ ਸਾਨੂੰ ਬਿਲਕੁਲ ਇਹ ਉਪਦੇਸ਼ ਕਰ ਰਹੇ ਨੇ। ਕਹਿੰਦੇ ਸੇਜ ਸੋਹਣੀ ਚੰਦਨ ਚੋਆ, ਨਰਕ ਘੋਰ ਕਾ ਦੁਆਰਾ। ਸੋਹਣੀਆਂ ਸੇਜਾਂ ਮਾਲ ਲੀਆਂ, ਅਤਰ ਫਲੇਲਾਂ ਛਿੜਕ ਲਈਆਂ, ਇਹ ਤਾਂ ਕਹਿੰਦੇ ਨਰਕ ਆਏ, ਇੱਕ ਜ਼ਿੰਦਗੀ ਨਰਕ ਆ। ਹੁਣ ਅਖੀਰ ਦੇ ਵਿੱਚ ਕਹਿ ਕੇ ਸਮਾਪਤੀ ਕਰੀਏ। ਮਿਲਣਾ ਕਿੱਦਾਂ ਰੱਬ ਨੂੰ? ਆਪਾਂ ਗੱਲ ਇੱਥੋਂ ਸ਼ੁਰੂ ਕੀਤੀ ਸੀ ਕਿ ਅਸੀਂ ਪਰਮਾਤਮਾ ਨੂੰ, ਅਸੀਂ ਵਾਹਿਗੁਰੂ ਨੂੰ ਮਿਲਣਾ ਚਾਹੁੰਦੇ ਹਾਂ ਸਾਰੇ। ਅਸੀਂ ਵਾਹਿਗੁਰੂ ਦੀ ਕਿਰਪਾ ਸਾਰੇ ਹੀ ਚਾਹੁੰਦੇ ਹਾਂ। ਹੁਣ ਉੱਪਰ ਗੁਰੂ ਮਹਾਰਾਜ ਨੇ ਸਾਨੂੰ ਸਾਰੇ ਤਰੀਕੇ ਦੱਸ ਦਿੱਤੇ ਨੇ ਇਸੇ ਸ਼ਬਦ ਦੇ ਵਿੱਚ ਵੀ ਆਹ ਤਰੀਕੇ ਜਿਹੜੇ ਅਸੀਂ ਕਰ ਕਰਕੇ ਵੇਖ ਲੈ। ਸਾਨੂੰ ਨਹੀਂ ਰੱਬ ਮਿਲਿਆ, ਸਾਨੂੰ ਨਹੀਂ ਪਰਮਾਤਮਾ ਮਿਲਿਆ। ਹੁਣ ਮਿਲੇਗਾ ਕਿੱਦਾਂ? ਸੁਣਿਓ ਧਿਆਨ ਨਾਲ, ਮੈਂ ਨਹੀਂ ਕਹਿ ਰਿਹਾ, ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਹੈ। ਗੁਰੂ ਸਾਹਿਬ ਜੀ ਕਹਿ ਰਹੇ ਨੇ, ਕਹਿ ਕੇ ਸਮਾਪਤੀ ਕਰਾਂ। ਸਤਿਗੁਰੂ ਜੀ ਬੜੀ ਨਿਮਰਤਾ ਸਹਿਤ ਕਹਿੰਦੇ ਨੇ, ਹਰ ਕੀਰਤ ਸਾਧ ਸੰਗਤ ਹੈ, ਸਿਰ ਕਰ ਮਨ ਕੈ ਕਰਮਾ। ਕਹੋ ਨਾਨਕ ਤਿਸ ਭਇਓ ਪ੍ਰਾਪਤ, ਜਿਸ ਪੁਰਬ ਲਿਖੇ ਕਾ ਲਹਿਣਾ। ਬੋਲੋ ਤਾਂ, ਕਹੋ ਨਾਨਕ ਤਿਸ ਜਿਸ ਪੁਰਬ ਲਿਖੇ ਕਾ। ਹਰ ਕੀਰਤ, ਆ ਤੁਸੀਂ ਬੈਠੇ ਹੋ ਨਾ ਪਿਆਰ ਨਾਲ, ਇਹ ਆ ਹਰ ਕੀਰਤ, ਪਰਮਾਤਮਾ ਦੀ ਵਡਿਆਈ। ਹਰ ਕੀਰਤ ਸਾਧ ਸੰਗਤ ਹੈ। ਕਹਿੰਦੇ ਸੰਗਤ ਵਿੱਚ ਬੈਠ ਕੇ ਅਸੀਂ ਪਰਮਾਤਮਾ ਪਰਮੇਸ਼ਰ ਵਾਹਿਗੁਰੂ ਦੀਆਂ ਵਡਿਆਈਆਂ ਕਰਨੀਆਂ, ਗੁਰੂ ਦੇ ਰਾਹੀਂ, ਗੁਰੂ ਦੀ ਗੋਦ ਵਿੱਚ ਬੈਠ ਕੇ। ਜਦੋਂ ਅਸੀਂ ਗੁਰੂ ਦੀ ਗੋਦ ਵਿੱਚ ਬੈਠਾਂਗੇ, ਆ ਹੁਣ ਦੱਸਿਓ ਜਰਾ ਵਿਚਾਰ ਕੇ ਕਿ ਮਨ ਦੇ ਅੰਦਰ ਸਾਡੇ ਵੈਰ ਰਹਿ ਜਾਏਗਾ? ਨਹੀਂ ਰਹੇਗਾ। ਹਉਮੈ ਰਹਿ ਜਾਏਗੀ? ਨਹੀਂ ਰਹੇਗੀ। ਜਦੋਂ ਅਸੀਂ ਮਨ ਕਰਕੇ ਬੈਠਾਂਗੇ, ਅੰਦਰੋਂ ਜੁੜ ਜਾਵਾਂਗੇ ਗੁਰੂ ਦੇ ਨਾਲ। ਗਈਆਂ ਇਹ ਗੱਲਾਂ ਤੁਸੀਂ ਪ੍ਰਤਿਆ ਕੇ ਵੇਖ ਲਿਓ ਜੀਵਨ ਦੇ ਵਿੱਚ। ਕਿਸੇ ਨਾਲ ਵੈਰ ਨਾ ਕਰਿਓ, ਕਿਸੇ ਨਾਲ ਵਿਰੋਧ ਨਾ ਕਰਿਓ, ਕਿਸੇ ਦੀ ਨਿੰਦਿਆ ਨਾ ਕਰਿਓ, ਕਿਸੇ ਦੀ ਚੁਗਲੀ ਨਾ ਕਰਿਓ, ਕਿਸੇ ਨਾਲ ਈਰਖਾ ਨਾ ਕਰਿਓ, ਕਿਸੇ ਨਾਲ ਜੈਲਸ ਨਾ ਕਰਿਓ। ਰੱਬ ਤੁਹਾਡੇ ਅੰਦਰ ਵਸੇਗਾ, ਅੰਦਰ ਵਾਹਿਗੁਰੂ ਅੰਦਰ ਵਸੇਗਾ। ਹਰ ਕੀਰਤ ਸਾਧ ਸੰਗਤ ਹੈ। ਆਇਆ ਕਰੋ, ਜੁੜਿਆ ਕਰੋ, ਭੱਜ ਕੇ ਗੁਰੂ ਦੇ ਦਰਸ਼ਨ ਵਾਸਤੇ ਆਇਆ ਕਰੋ। ਸੰਗਤ ਵਿੱਚ ਬੈਠ ਕੇ ਉਹਦੀ ਕੀਰਤੀ ਕਰਿਆ ਕਰੋ, ਉਸ ਵਾਹਿਗੁਰੂ ਦੀ, ਉਹਦੀ ਸਿਫਤ ਉਹਦੀ ਕਰਿਆ ਕਰੋ। ਬੰਦੇ ਦੀ ਸਿਫਤ ਕਰਕੇ ਕੁਛ ਨਹੀਂ ਮਿਲਣਾ ਸਾਨੂੰ। ਅੱਜ ਦੁਨੀਆ 'ਤੇ ਗੱਲ ਮੈਂ ਸੱਚੀ ਆਖਦਿਆਂ, ਸਿਫਤ ਕਰਾਉਣ ਵਾਸਤੇ ਨਾ, ਆਪਣੀ ਸਿਫਤ ਕਰਾਉਣ ਵਾਸਤੇ ਅੱਜ ਵੱਡੇ ਵੱਡੇ ਕੰਮ ਹੋ ਰਹੇ ਨੇ। ਗੁਰੂ 550ਵੇਂ ਪ੍ਰਕਾਸ਼ ਪੁਰਬ ਨੂੰ ਲੈ ਕੇ ਭਾਈ ਮੈਨੂੰ ਕਹਿਣ ਮੈਂ ਇਹ ਕੰਮ ਕਰ ਦਿੱਤਾ। ਸੋਚੋ ਜਰਾ, ਮਨ ਤੇ ਹਉਮੈ ਉਵੇਂ ਹੀ ਸਾਡੇ ਬੈਠੀ ਹੈ। ਗਰੀਬ ਭੁੱਖੇ ਮਰਦੇ ਨੇ, ਕਦੇ ਉਹਨਾਂ ਨੂੰ ਲੰਗਰੇ ਛਕਾ ਦਿਓ। ਗੁਰੂ ਨਾਨਕ ਸਾਹਿਬ ਨੇ ਆ ਤੁਹਾਡੇ ਨੇੜੇ ਹੀ ਚੂੜ ਕਾਣਾ ਗੁਰਦੁਆਰਾ ਸੱਚਾ ਸੌਦਾ, ਉਹ ਪਰਮਾਤਮਾ ਨਾਲ ਜੁੜੇ ਹੋਏ, ਵਾਹਿਗੁਰੂ ਨਾਲ ਜੁੜੇ ਹੋਏ ਪਿਤਾ ਕਾਲੂ ਨੇ ਆਖਿਆ ਜਾ ਵਪਾਰ ਕਰਕੇ ਆ। ਕਿਹੜਾ ਫਿਰ ਵਪਾਰ ਕੀਤਾ? ਪ੍ਰਸ਼ਾਦਾ ਛਕਾਤਾ। ਉਹਨਾਂ ਨੂੰ ਲੋੜ ਸੀ। ਉੱਥੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆ ਇਹ ਭੁੱਖੇ ਹਨ, ਇਹਨਾਂ ਨੂੰ ਪ੍ਰਸ਼ਾਦਾ ਛਕਾ ਦਿਓ। ਲੋੜ ਪੂਰੀ ਕਰ ਦਿੱਤੀ ਗੁਰੂ ਨਾਨਕ ਪਾਤਸ਼ਾਹ ਨੇ। ਅੱਜ ਇਹ ਸਾਨੂੰ ਲੋੜ ਹੈ ਫਾਲੋ ਕਰਨ ਦੀ। ਅੱਜ ਸਾਨੂੰ ਲੋੜ ਹੈ। ਹਰ ਕੀਰਤ ਸਾਧ ਸੰਗਤ ਹੈ, ਸਿਰ ਕਰਮਨ ਕੈ ਕਰਮਾ। ਕਹਿੰਦੇ ਸਾਰੇ ਕਰਮਾਂ ਤੋਂ ਉੱਪਰ ਆਏ, ਇਹਦੋਂ ਉੱਪਰ ਕੋਈ ਨਹੀਂ ਹੈ। ਆ ਜੋ ਸੰਗਤ ਵਿੱਚ ਤੁਸੀਂ ਬੈਠੇ ਹੋ ਪਿਆਰ ਨਾਲ,
ਕਹੋ ਨਾਨਕ ਤਿਸ ਭਇਓ ਪ੍ਰਾਪਤ ਜਿਸ ਪੁਰਬ ਲਿਖੇ ਕਾ ਲੈਣਾ। ਜਿਹਦੇ ਮਸਤਕ ਦੇ ਵਿੱਚ ਪੂਰਬਲੇ ਕਰਮਾਂ ਵਿੱਚ ਲਿਖਿਆ ਗਿਆ ਹੈ ਉਹੀ ਸੰਗਤ ਵਿੱਚ ਆ ਕੇ ਜੁੜਦੇ ਨੇ। ਭਾਗਾਂ ਵਾਲਿਓ ਬੜ ਭਾਗੀ ਹਰ ਸੰਗਤ ਪਾਵੈ, ਭਾਗਹੀਣ ਭ੍ਰਮ ਚੋਟਾਂ ਖਾਵੈ। ਕਹਿੰਦੇ ਜਿਹਦੇ ਮਸਤਕ ਭਾਗ ਮਾੜੇ ਨੇ ਨਾ, ਉੱਥੇ ਗੁਰਦੁਆਰੇ ਦੇ ਮੂਹਰੇ ਖੜਾ ਹੋ ਕੇ ਕਹਿ ਦੇਗਾ ਗੁਰਦੁਆਰਾ ਤੇ ਮੇਰੇ ਅੰਦਰ ਹੀ ਹੈ, ਮੈਂ ਅੰਦਰ ਕੀ ਕਰਨ ਜਾਣਾ, ਇੱਥੇ ਤੇ ਲੜੀ ਜਾਂਦੇ ਨੇ। ਗੁਰਦੁਆਰੇ ਤੇ ਆਹ ਕੁਛ ਹੁੰਦਾ, ਬਾਹਰੋਂ ਵੀ ਗੱਲਾਂ ਬਣਾਈ ਜਾਏਗਾ। ਉਹਨੂੰ ਕਹਿੰਦੇ ਭਾਗਹੀਣ, ਮਾੜੇ ਭਾਗ। ਕਦੀ ਇਹਦੀ ਨਿੰਦਿਆ, ਕਦੀ ਉਹਦੀ ਚੁਗਲੀ, ਕਦੀ ਉਹਦੀ ਚੁਗਲੀ, ਤੇ ਆਪਣੀ ਵਡਿਆਈ ਕਰਾਏਗਾ। ਸਤਿਗੁਰੂ ਕਹਿੰਦੇ ਇਹਨਾਂ ਗੱਲਾਂ ਦਾ ਖਿਆਲ ਰੱਖੋ, ਛੱਡ ਦਿਓ ਇਹ ਗੱਲਾਂ, ਨਿੰਦਿਆ ਕਰਨੀ ਛੱਡ ਦਿਓ, ਚੁਗਲੀ ਕਰਨੀ ਛੱਡ ਦਿਓ, ਈਰਖਾ ਕਰਨੀ ਛੱਡ ਦਿਓ। ਪਰਮਾਤਮਾ ਆਏਗਾ ਤੁਹਾਡੇ ਕੋਲ, ਵਾਹਿਗੁਰੂ ਵਸੇਗਾ ਤੁਹਾਡੇ ਅੰਦਰ। ਅਖੀਰਲੀਆਂ ਪੰਕਤੀਆਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਾਨੂੰ ਜੋੜ ਦੇਣਾ। ਤੇਰੋ ਸੇਵਕ ਇਹ ਰੰਗ ਮਾਤਾ। ਕਹਿੰਦੇ ਜਿਹੜਾ ਤੇਰਾ ਸੇਵਕ ਆ ਨਾ, ਇਸੇ ਰੰਗ ਦੇ ਵਿੱਚ ਮਤਿਆ ਰਹੇਗਾ, ਤੇਰੀ ਵਡਿਆਈ ਕਰਨ ਦੇ ਵਿੱਚ, ਤੇਰੀ ਸਿਫਤ ਕਰਨ ਦੇ ਵਿੱਚ। ਤੇਰੋ ਸੇਵਕ ਇਹ ਰੰਗ ਮਾਤਾ, ਭਇਓ ਕਿਰਪਾਲ ਦੀਨ ਦੁਖ ਭੰਜਨ ਹਰ ਹਰ ਕੀਰਤਨ ਇਹ ਮਨ ਰਾਤਾ। ਰਹਾਓ ਦੂਜਾ, ਸਤਿਗੁਰੂ ਤੂੰ ਫਿਰ ਕਿਰਪਾ ਕਰਦਾ, ਤੂੰ ਫਿਰ ਮਿਹਰ ਕਰਦਾ, ਤੂੰ ਫਿਰ ਬਖਸ਼ਿਸ਼ ਕਰਦਾ, ਤੂੰ ਉਹਨੂੰ ਮਿਲਦਾ ਆ। ਆਪਾਂ ਗੱਲ ਇੱਥੋਂ ਸ਼ੁਰੂ ਕੀਤੀ ਸੀ ਕਿ ਪ੍ਰਮਾਤਮਾ ਵਾਹਿਗੁਰੂ ਸਾਨੂੰ ਕਿਵੇਂ ਮਿਲਦਾ। ਇਹ ਨਹੀਂ ਮਿਲਣ ਦੀ ਅਸਲੀ ਜੋ ਗੁਰੂ ਸਾਹਿਬ ਸਾਨੂੰ ਦੱਸ ਰਹੇ ਨੇ, ਇਹਦੇ 'ਤੇ ਆਪਾਂ ਚੱਲੀਏ, ਵਾਹਿਗੁਰੂ ਸਾਨੂੰ ਮਿਲੇਗਾ। ਜੇ ਅਸੀਂ ਕਈ ਵਾਰੀ ਆਪਾਂ ਬਹਾਨੇ ਵੀ ਪਾ ਲੈਂਦੇ ਕਿ ਰੱਬ ਯਾਦ ਕਿਹੜੇ ਵੇਲੇ ਕਰੀਏ, ਸਾਡੇ ਕੋਲ ਤਾਂ ਟਾਈਮ ਹੀ ਨਹੀਂ। ਬਿਜ਼ਨਸ ਦੇ ਵਿੱਚ ਟਾਈਮ ਲੰਘ ਗਿਆ, ਨੌਕਰੀ 'ਚ ਟਾਈਮ ਲੰਘ ਗਿਆ, ਉਹ ਕਿਹੜੇ ਵੇਲੇ ਰੱਬ ਨੂੰ ਯਾਦ ਕਰੀਏ। ਜਿਹੜਾ ਬਾਣੀ ਚੇਤੇ ਕਰ ਲਿਆ ਕਰੋ, ਬਾਣੀ ਪੜ੍ਹ ਲਿਆ ਕਰੋ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ, ਨਾਮਦੇਵ ਤੇ ਤ੍ਰਿਲੋਚਨ ਮਿੱਤਰ ਸੀ ਦੋ ਭਗਤ, ਜਿਨ੍ਹਾਂ ਦੀ ਬਾਣੀ ਗੁਰੂ ਸਾਹਿਬ ਜੀ ਨੇ ਦਰਜ ਕੀਤੀ, ਸਨਮਾਨ ਦਿੱਤਾ। ਆਇਆ ਤ੍ਰਿਲੋਚਨ, ਤੁਰਿਆ ਆਇਆ, ਅੱਗੇ ਵੇਖਿਆ ਨਾਮਦੇਵ ਇੱਕ ਕੰਮ ਕਰ ਰਿਹਾ ਸੀ ਮੋਹਰੇ। ਕਿਹੜਾ ਕੰਮ ਕਰ ਰਿਹਾ ਸੀ? ਆਪਾਂ ਵੇਖਦੇ ਨਾ ਆਹ ਸ਼ੀਟਸ, ਚਾਦਰਾਂ, ਆਹ ਜਿਹੜੀਆਂ, ਇਹ ਹੁਣ ਤੇ ਡਿਜ਼ਾਈਨ ਕੰਪਿਊਟਰ ਆਈ ਆਉਣ ਲੱਗ ਪਏ ਨੇ। ਛਪੀਆਂ ਛਪਾਈਆਂ, ਕੱਢੀਆਂ ਕਢਾਈਆਂ ਆਟੋਮੈਟਿਕ ਬਣ ਲੱਗ ਪਈਆਂ ਨੇ। ਪੁਰਾਣੇ ਸਮੇਂ ਸੀਗੇ, ਪੰਜਾਬ ਦੀ ਧਰਤੀ, ਭਾਰਤ, ਇੰਡੀਆ ਆਪਾਂ ਵੇਖਦੇ ਸਾਂ ਉਦੋਂ, ਇੱਥੇ ਵੀ ਚੱਲਦਾ ਹੋਏਗਾ। ਹੱਥਾਂ ਦੇ ਨਾਲ ਉਹ ਛਾਪੇ ਲਾਉਂਦੇ ਹੁੰਦੇ ਸੀ ਆਪਾਂ ਪਹਿਲੇ, ਪੁਰਾਣੇ ਰਜਾਈਆਂ 'ਤੇ, ਅਮਰਿਆਂ 'ਤੇ, ਖੇਸਾਂ 'ਤੇ, ਚਾਦਰਾਂ 'ਤੇ ਇਹ ਛਾਪਦੇ ਹੁੰਦੇ ਸੀ ਰੰਗ ਦੇ ਨਾਲ। ਨਾਮਦੇਵ ਉਹ ਕੰਮ ਕਰਦਾ ਸੀ। ਆਇਆ ਤ੍ਰਿਲੋਚਨ, ਕਹਿੰਦਾ ਦੂਰੋਂ ਹੀ, ਬਾਣੀ ਦਰਜ ਹੈ ਵਿੱਚ ਗੁਰੂ ਗ੍ਰੰਥ ਸਾਹਿਬ ਦੇ, ਕਹਿੰਦਾ ਨਾਮਾ ਮਾਇਆ ਮੋਹਿਆ ਕਹੇ ਤ੍ਰਿਲੋਚਨ ਮੀਤ, ਕਾਏ ਛੀਪੋ ਛਾਇ ਲੈ ਰਾਮ ਨਾ ਲਾਮੋ ਚੀਤ। ਉਹ ਨਾਮਿਆ, ਤੈਨੂੰ ਤੇ ਮਾਇਆ ਨੇ ਮੋਹ ਲਿਆ, ਤੂੰ ਤੇ ਮਾਇਆ ਕਰਕੇ ਆਹ ਕੰਮ ਕਰਦਾ ਰਹਿਣਾ। ਤੂੰ ਰਾਮ ਨੂੰ ਕਿਹੜੇ ਵੇਲੇ ਚੇਤੇ ਕਰਦਾ? ਤੂੰ ਪਰਮਾਤਮਾ ਨੂੰ ਕਿਹੜੇ ਵੇਲੇ ਚੇਤੇ ਕਰਦਾ? ਕਿਹੜੇ ਟਾਈਮ ਤੂੰ ਰੱਬ ਨੂੰ ਯਾਦ ਕਰਦਾ? ਹੁਣ ਜਵਾਬ ਕੀ ਮਿਲਿਆ ਜੀ? ਸੁਣਿਓ ਧਿਆਨ ਨਾਲ, ਤੁਸੀਂ ਪਿਆਰ ਨਾਲ ਜੁੜੇ ਬੈਠੇ ਹੋ। ਜਵਾਬ ਇਹ ਮਿਲਿਆ, ਨਾਮਾ ਕਹੇ ਤਲੋਚਨਾ ਮੁਖ ਤੇ ਰਾਮ ਸੰਭਾਲ, ਹਾਥ ਪਾਉ ਕਰ ਕਾਮ ਸਭ ਚੀਤ ਨਰੰਜਨ ਨਾਲ। ਕਹਿੰਦਾ ਵੇਖੋ ਕੰਮ ਕਰਨਾ ਮੈਂ ਹੱਥਾਂ ਪੈਰਾਂ ਦੇ ਨਾਲ, ਆਹ ਜਿਹੜਾ ਮੇਰਾ ਚਿੱਤ ਆ ਨਾ, ਚਿੱਤ ਮੇਰਾ ਹਿਰਦਾ, ਇਹ ਹਮੇਸ਼ਾ ਰੱਬ ਨਾਲ ਜੁੜਿਆ ਰਹਿੰਦਾ, ਮੇਰਾ ਚੀਤ ਨਰੰਜਨ ਨਾਲ। ਤੁਸੀਂ ਕੰਮ 'ਤੇ ਬੈਠੇ ਹੋ ਨਾ, ਆਪਣੀ ਦੁਕਾਨ 'ਤੇ ਬੈਠੇ ਹੋ, ਨੌਕਰੀ ਕਰਦੇ ਹੋ, ਕੋਈ ਵੀ ਧੰਦਾ ਕਰਦੇ ਹੋ, ਇਹਨੂੰ ਰੱਬ ਦੇ ਨਾਲ ਜੋੜ ਕੇ ਰੱਖਿਆ ਕਰੋ। ਮਨ ਨੂੰ ਉਸ ਪਰਮਾਤਮਾ ਨਾਲ, ਵਾਹਿਗੁਰੂ ਨਾਲ ਜੋੜ ਕੇ ਰੱਖਿਆ ਕਰੋ। ਕੰਮ ਕਰੀ ਜਾਓ, ਕੰਮ ਕਰਨ ਨੂੰ ਥੋੜ੍ਹਾ ਆਪਾਂ ਹਟ ਜਾਣਾ। ਕਿਤੇ ਅਸੀਂ ਕੰਮ ਨਹੀਂ ਕਰਨੇ, ਧੰਦੇ ਨਹੀਂ ਕਰਨੇ। ਹਾਂ, ਆਪਣੀ ਨੇਕ ਕਮਾਈ ਦੇ ਵਿੱਚੋਂ ਨਾ ਦਸਵੰਧ ਕੱਢ ਕੇ ਜ਼ਰੂਰ ਇੱਥੇ ਭੇਟਾ ਕਰਿਆ ਕਰੋ। ਸੰਸਾਰ ਚੱਲਦਾ ਰਹੇਗਾ। ਉਹ ਗਰੀਬ ਲੋਕ ਜਿਨ੍ਹਾਂ ਨੂੰ ਰੋਟੀ, ਜਿਨ੍ਹਾਂ ਨੂੰ ਖਾਣਾ ਨਹੀਂ ਮਿਲਦਾ, ਖਾ ਸਕਣਗੇ। ਇਹ ਸਿੱਖ ਚੈਨਲ ਦਾ ਇਹ ਕੰਮ ਆ। ਅੱਜ ਇਹ ਪਿਆਰੇ ਵੀਰ ਰਿਕਾਰਡ ਕਰ ਰਹੇ ਨੇ ਪਾਕਿਸਤਾਨ ਦੀ ਧਰਤੀ 'ਤੇ ਗੁਰਦੁਆਰਾ ਪੰਜਾ ਸਾਹਿਬ ਦੇ ਵਿੱਚ, ਇਹ ਵੀ ਸੇਵਾ ਨਿਭਾ ਰਹੇ ਨੇ। ਅੱਜ ਜਿੱਥੇ ਵੀ ਕਿਤੇ ਡਿਜ਼ਾਸਟਰ ਕਿਸੇ ਤਰ੍ਹਾਂ ਦਾ ਵਾਪਰਦਾ, ਸਿੱਖ ਚੈਨਲ ਵਾਲੇ ਉੱਥੇ ਭੱਜ ਭੱਜ ਕੇ ਜਾਂਦੇ ਨੇ। ਇੰਡੋਨੇਸ਼ੀਆ ਵਿੱਚ ਭੁਚਾਲ ਆਇਆ, ਉੱਥੇ ਚਲੇ ਗਏ। ਇੰਡੀਆ ਕੇਰਲਾ ਦੇ ਵਿੱਚ ਹੜ੍ਹ ਆਇਆ, ਉੱਥੇ ਚਲੇ ਗਏ। ਕਿੱਥੇ ਕਿੱਥੇ ਨਹੀਂ ਪਹੁੰਚਦਾ ਸਿੱਖ ਚੈਨਲ। ਉਹਨਾਂ ਗਰੀਬਾਂ ਵਾਸਤੇ ਮਾਇਆ ਲਾ ਕੇ ਆਉਂਦਾ। ਆ ਹੁਣ ਹੜ੍ਹ ਆਏ ਪੰਜਾਬ ਦੇ ਵਿੱਚ, ਉਹਨਾਂ ਹੜ੍ਹਾਂ ਦੇ ਵਿੱਚ ਬਹੁਤ ਨੁਕਸਾਨ ਹੋਇਆ, ਘਰਾਂ ਦੇ ਘਰ ਉਜੜ ਗਏ ਨੇ।
ਸੋਚੋ ਘਰ ਬਣਾਉਣਾ, ਬੰਦਾ ਸਾਰੀ ਉਮਰ ਆਪਣਾ ਘਰ ਬਣਾਉਂਦਾ ਰਹਿੰਦਾ ਤੇ ਉੱਜਣ ਲੱਗਿਆ 1 ਮਿੰਟ ਨਹੀਂ ਲੱਗਾ, ਜਦੋਂ ਪਾਣੀ ਆ ਗਿਆ ਸਭ ਕੁਝ ਹੀ ਰੋੜ ਕੇ ਲੈ ਗਿਆ। ਪਿਆਰਿਓ, ਜਦੋਂ ਅਸੀਂ ਮਦਦ ਕਰਾਂਗੇ ਨਾ, ਉਹੀ ਰੱਬ ਆ ਸਾਡੇ ਅੰਦਰ ਵਸਦਾ। ਸੋ ਤੁਸੀਂ ਬੜੇ ਪਿਆਰ ਵਾਲੇ ਹੋ, ਬੜਾ ਮਾਣ ਸਤਿਕਾਰ ਦੇ ਰਹੇ ਹੋ। ਦਾਸ ਗੁਰਬਾਣੀ ਸੰਥਿਆ ਅਸੀਂ ਪੜ੍ਹਦੇ ਹਾਂ, ਬਾਣੀ ਸਾਰੇ ਪੜ੍ਹਦੇ ਹਾਂ, ਪਰ ਬਾਣੀ ਨੂੰ ਸ਼ੁੱਧ ਪੜ੍ਹਨਾ ਇਹ ਜ਼ਰੂਰ ਤੁਸੀਂ ਸੰਥਿਆ ਲਓ। ਦਾਸ ਨੇ ਇੱਥੇ ਕਲਾਸਾਂ ਲਾ ਰਿਹਾ ਦਾਸ, ਮੈਂ ਵੇਖਿਆ ਬੱਚੇ ਬੜੇ ਸ਼ੁੱਧ ਬਾਣੀ ਪੜ੍ਹਨ ਲੱਗ ਪਏ ਨੇ। ਜਦੋਂ ਉਹਨੂੰ ਦੱਸਿਆ ਗਿਆ, ਉਹਨਾਂ ਨੂੰ ਸਮਝਾਇਆ ਗਿਆ ਕਿ ਆਪਾਂ ਇਸ ਤਰ੍ਹਾਂ ਨਹੀਂ, ਇਸ ਤਰ੍ਹਾਂ ਪੜ੍ਹਨਾ ਹੈ। ਵਿਸਰਾਮ ਕਿੱਥੇ ਦੇਣਾ, ਮੈਂ ਵਿਸਰਾਮ ਦੀ ਬਾਬਤ ਥੋੜ੍ਹਾ ਤੁਹਾਨੂੰ ਦੱਸ ਦੇਵਾਂ ਕਿ ਸੁਖਮਨੀ ਸਾਹਿਬ ਆਪਾਂ ਸਾਰੇ ਪੜ੍ਹਦੇ ਹਾਂ ਨਾ, ਸਭ ਤੋਂ ਪਹਿਲੇ ਤਾਂ ਆਪਾਂ ਪੜ੍ਹਨ ਲੱਗੇ ਗਲਤੀ ਕਰ ਜਾਂਦੇ, ਆਦ ਗੁਰ ਇੰਨਮੈ ਕਰ ਦਿੰਦੇ ਹਾਂ। ਉਹ ਇੰਨਮੈ ਨਹੀਂ ਹੈ, ਉਹਨੂੰ ਪੜ੍ਹਿਆ ਕਰੋ ਆਦ ਗੁਰੇ ਨਮः ਹੈ, ਜੁਗਾਦ ਗੁਰੇ ਨਮः ਹੈ, ਸਤਿਗੁਰੇ ਨਮः ਹੈ, ਸ਼੍ਰੀ ਗੁਰਦੇਵ ਨਮः ਹੈ। ਮੈਂ ਵਿਸਰਾਮ ਦੀ ਗੱਲ ਕਰ ਜਾਵਾਂ, ਬ੍ਰਹਮ ਗਿਆਨੀ ਸਦ ਜੀਵੈ ਨਹੀਂ ਮਰਤਾ, ਸੁਖਮਨੀ ਸਾਹਿਬ ਜੀ ਦੀ ਪੰਕਤੀ ਹੈ। ਹੁਣ ਇਹਦੇ ਦੇਖਿਓ 2 ਮਤਲਬ ਕਿਵੇਂ ਨਿਕਲਦੇ ਨੇ। ਥੋੜ੍ਹਾ ਜਿਹਾ ਵਿਸਰਾਮ ਅੱਗੇ ਜਾ ਕੇ ਦੇਤਾ, ਪਿੱਛੇ ਦੇਤਾ, ਅਰਥ ਹੀ ਉਲਟ ਬਣ ਗਏ, ਅਰਥ ਦਾ ਨਿਰਰਥ ਹੋ ਗਿਆ। ਹੁਣ ਮੈਂ ਬੋਲਣ ਲੱਗਾ ਜੀ ਬ੍ਰਹਮ ਗਿਆਨੀ ਸਦ ਜੀਵੈ ਨਹੀਂ, ਇੱਥੇ ਮੈਂ ਰੁਕ ਗਿਆ। ਮਰਤਾ ਅਰਥ ਪਤਾ ਕੀ ਬਣਿਆ ਇਹਦਾ? ਬ੍ਰਹਮ ਗਿਆਨੀ ਸਦ ਜੀਵੈ ਨਹੀਂ, ਨਹੀਂ ਜੀਂਦਾ, ਮਰਦਾ ਆ, ਮਰ ਜਾਂਦਾ। ਇੱਕ ਵਿਸਰਾਮ ਮੈਂ ਨਹੀਂ ਤੇ ਜਾ ਕੇ ਦਿੱਤਾ, ਬ੍ਰਹਮ ਗਿਆਨੀ ਸਦ ਜੀਵੈ ਨਹੀਂ, ਇੱਥੇ ਵਿਸਰਾਮ ਦੇ ਕੇ ਮੈਂ ਮਰਤਾ ਅੱਗੇ ਇਕੱਲਾ ਕਹਿ ਦਿੱਤਾ ਨਾ, ਉਲਟ ਅਰਥ ਬਣ ਗਿਆ ਸਾਰਾ। ਹੁਣ ਸੁਣਿਓ ਸ਼ੁੱਧ ਕੀ ਹੈ, ਬ੍ਰਹਮ ਗਿਆਨੀ ਸਦ ਜੀਵੈ, ਮੈਂ ਜੀਵੈ ਤੇ ਵਿਸਰਾਮ ਦੇ ਦਿੱਤਾ, ਨਹੀਂ ਮਰਤਾ, ਨਹੀਂ ਮਰਦਾ। ਆਖੋ ਪਿਆਰ ਨਾਲ ਸਤਨਾਮ। ਆ ਗਈ ਸਮਝ ਤੁਹਾਨੂੰ? ਬਾਣੀ ਸੰਥਿਆ ਲੈਣ ਦਾ ਇਹ ਆਪਾਂ ਨੂੰ ਫਾਇਦਾ ਹੈ। ਉਹੋ ਹੀ ਪੰਕਤੀ ਆ ਜਿਹਨੂੰ ਆਪਾਂ ਵਿਸਰਾਮ ਗਲਤ ਦੇਤਾ, ਅਰਥ ਗਲਤ ਬਣ ਜਾਣਗੇ। ਬ੍ਰਹਮ ਗਿਆਨੀ ਸਦ ਜੀਵੈ ਨਹੀਂ ਮਰਤਾ, ਇਉਂ ਪੜ੍ਹ ਦਿੱਤਾ ਤੇ ਅਰਥ ਗਲਤ ਹੋ ਗਏ। ਬ੍ਰਹਮ ਗਿਆਨੀ ਸਦ ਜੀਵੈ ਨਹੀਂ ਮਰਤਾ, ਅਰਥ ਹੋਰ ਬਣ ਗਏ। ਇਹ ਸੰਥਿਆ ਕਲਾਸਾਂ ਜਿਹੜੀਆਂ ਸ਼ੁਰੂ ਕੀਤੀਆਂ ਨੇ ਮੈਂ ਪ੍ਰਬੰਧਕ ਕਮੇਟੀ ਦਾ, ਇੱਥੋਂ ਦੇ ਵੀਰਾਂ ਦਾ, ਸੰਗਤਾਂ ਦਾ, ਆ ਬੱਚੇ ਮੇਰੇ ਅੱਗੇ ਬੈਠੇ ਨੇ, ਇਹਨਾਂ ਦਾ ਮੈਂ ਬਹੁਤ ਧੰਨਵਾਦ ਕਰਾਂ। ਵੱਧ ਚੜ੍ਹ ਕੇ ਕਲਾਸ ਦੇ ਵਿੱਚ ਆਉਂਦੇ ਨੇ। ਤੁਸੀਂ ਵੀ ਆਓ ਕਲਾਸ ਦੇ ਵਿੱਚ। ਬਾਣੀ ਆਪਾਂ ਕਿਵੇਂ ਪੜ੍ਹਨੀ ਆ, ਪੜ੍ਹ ਕੇ ਫਿਰ ਆਪਾਂ ਪ੍ਰੈਕਟੀਕਲ ਕਰਨਾ ਆ, ਸ਼ੁੱਧ ਬਾਣੀ ਪੜ੍ਹਨੀ ਆ। ਤੁਹਾਡਾ ਟਾਈਮ ਸ਼ਾਇਦ ਮੈਂ ਵੱਧ ਲੈ ਗਿਆ ਹੋਵਾਂ, ਤੁਸੀਂ ਪਿਆਰ ਨਾਲ ਜੁੜੇ ਬੈਠੇ ਹੋ। ਪਿਆਰ ਮੈਂ ਵੇਖਿਆ ਤੁਹਾਡੇ ਵਿੱਚ, ਗੁਰੂ ਨਾਨਕ ਵਸਦਾ ਤੁਹਾਡੇ ਵਿੱਚ। ਸੱਚ ਮੈਂ ਕਹਿ ਦਿਆਂ, ਗੁਰੂ ਨਾਨਕ ਵਸਦਾ ਤੁਹਾਡੇ ਵਿੱਚ, ਔਰ ਗੁਰੂ ਨਾਨਕ ਦਾ ਇਹ ਘਰ ਹੈ। ਗੁਰੂ ਨਾਨਕ ਦੀ ਆਪਾਂ ਕਿਰਪਾ ਲੈਣੀ ਹੈ। ਸਾਰੇ ਪ੍ਰਬੰਧਾਂ ਮੈਂ ਬਹੁਤ ਧੰਨਵਾਦੀ ਹਾਂ, ਅਤੇ ਸਿੱਖ ਚੈਨਲ ਜਿਹੜੇ ਰਿਕਾਰਡਿੰਗ ਕਰ ਰਹੇ ਨੇ ਉਹਨਾਂ ਦਾ ਵੀ ਮੈਂ ਬਹੁਤ ਧੰਨਵਾਦੀ ਹਾਂ ਕਿ ਉਹ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਇਹ ਤੁਹਾਡਾ ਸੁਨੇਹਾ, ਗੁਰੂ ਸਾਹਿਬ ਜੀ ਦਾ ਉਪਦੇਸ਼ ਉਹ ਦੇਸ਼ਾਂ ਵਿਦੇਸ਼ਾਂ ਵਿੱਚ ਪਹੁੰਚਾ ਰਹੇ ਨੇ। ਸਵੇਰੇ ਅੰਮ੍ਰਿਤ ਵੇਲੇ ਦਾਸ ਆਸਾ ਕੀ ਵਾਰ ਦਾ ਕੀਰਤਨ ਕਰੇਗਾ, ਔਰ ਤੁਸੀਂ ਸਾਰਿਆਂ ਨੇ ਜਿਵੇਂ ਹੁਣ ਆਏ ਹੋ ਨਾ ਸਾਰੇ ਵੱਧ ਚੜ੍ਹ ਕੇ, ਇਵੇਂ ਅੰਮ੍ਰਿਤ ਵੇਲੇ ਵੀ ਹਾਜ਼ਰੀਆਂ ਭਰਿਓ ਜੀ। ਆਪਾਂ ਰਲ ਮਿਲ ਕੇ ਸਾਰੇ ਹੀ, ਉਹ ਕਹਿੰਦੇ ਹਰ ਕੀਰਤ ਸਾਧ ਸੰਗਤ ਹੈ, ਇਹਨੂੰ ਕਹਿੰਦੇ ਨੇ। ਆਪਾਂ ਰਲ ਮਿਲ ਕੇ ਸਾਰੇ ਕੀਰਤਨ ਕਰਾਂਗੇ, ਆਪਾਂ ਉਸ ਵਾਹਿਗੁਰੂ ਦੀ ਵਡਿਆਈ ਕਰਾਂਗੇ। ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ, ਜਦੋਂ ਆਪਾਂ ਰਲ ਕੇ ਵਡਿਆਈਆਂ ਕਰਾਂਗੇ ਨਾ, ਵਿਚਾਰਾਂ ਕਰਾਂਗੇ, ਦੇਖ ਗੁਰੂ ਨਾਨਕ ਇੱਥੇ ਵਸਦਾ। ਗੁਰੂ ਨਾਨਕ ਕਿਤੇ ਨਹੀਂ ਗਿਆ ਪਿਆਰਿਓ, ਗੁਰੂ ਨਾਨਕ ਸਾਡੇ ਅੰਦਰ ਹੀ ਆ, ਸਾਡੇ ਵਿੱਚ ਹੀ ਵਸਦਾ। ਉਹਦੀ ਕਿਰਪਾ ਸਾਡੇ 'ਤੇ। ਦਾਸ ਅੰਮ੍ਰਿਤ ਵੇਲੇ ਕੀਰਤਨ ਵੀ ਕਰੇਗਾ, ਤੁਸੀਂ ਜ਼ਰੂਰ ਹਾਜ਼ਰੀਆਂ ਭਰਨੀਆਂ ਜੀ। ਮੇਰੇ ਕੋਲੋਂ ਬੋਲਦਿਆਂ ਹੋਇਆਂ ਬੜੇ ਅਲਫਾਜ਼ ਐਸੇ ਕੋਈ ਗਲਤ ਵੀ ਨਿਕਲ ਗਏ ਹੋਣਗੇ ਤੇ ਮੈਨੂੰ ਜ਼ਰੂਰ ਮਾफ़ ਕਰ ਦਿਓ, ਅਤੇ ਸੱਚ 'ਤੇ ਜ਼ਰੂਰ ਚੱਲਿਓ, ਸੱਚ ਦਾ ਪ੍ਰਚਾਰ ਵੀ ਕਰਿਓ। ਭਾਵੇਂ ਅੱਧੀ ਬੁਰਕੀ ਖਾ ਕੇ ਸੌਂ ਜਾਇਓ, ਗੁਰਮੁਖੋ ਅੱਧਾ ਟੁੱਕੜ ਖਾ ਕੇ ਸੌਂ ਜਾਇਓ, ਕਿਸੇ ਦੂਜੇ ਦਾ ਪੇਟ ਭੁੱਖਾ ਨਾ ਰਹਿਣ ਦਿਓ। ਆਖੋ ਪਿਆਰ ਨਾਲ ਸਤਨਾਮ। ਇਹ ਹੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ, ਇਹਨੂੰ ਕਹਿੰਦੇ ਨੇ। ਪਰਮਾਤਮਾ ਵਾਹਿਗੁਰੂ ਇਉਂ ਮਿਲਦਾ। ਸੋ ਮੈਂ ਫਤਿਹ ਬੁਲਾਵਾਂ ਜੀ। ਆਪ ਸਾਰੇ ਪਿਆਰ ਬੜਾ ਤੁਸੀਂ ਦੇ ਰਹੇ ਹੋ,
ਬੁਲਾਈਏ ਆਪਾਂ ਸਾਰੇ ਰਲ ਮਿਲ ਕੇ ਫਤਿਹ ਜੀ। ਤੇ ਕੋਈ ਵਾਂਝਾ ਨਾ ਰਹਿ ਜਾਏ, ਆਪਾਂ ਸਾਰਿਆਂ ਨੇ ਆਪਣਾ ਮੁੱਖ ਪਵਿੱਤਰ ਕਰਨਾ ਹੈ। ਵਾਹਿਗੁਰੂ ਦਾ ਨਾਮ ਲੈ ਹੁੰਦਾ ਆ। ਆਪਾਂ ਸਾਰਿਆਂ ਨੇ ਹੱਥ ਜੋੜ ਕੇ ਨਿਮਰਤਾ ਦੇ ਵਿੱਚ ਆ ਕੇ ਫਤਿਹ ਬੁਲਾਉਣੀ ਆ ਜੀ। ਬੜੇ ਪਿਆਰ ਨਾਲ ਅੰਦਰੋਂ ਫਤਿਹ ਬੁਲਾਇਓ ਜੀ, ਅੰਦਰੋਂ। ਜਿਹਦਾ ਅੰਦਰ ਜੁੜ ਗਿਆ ਵਾਹਿਗੁਰੂ ਦੇ ਨਾਲ, ਵਾਹਿਗੁਰੂ ਦੀ ਕਿਰਪਾ ਉਹਦੇ ਉੱਤੇ ਹੋ ਗਈ। ਅਮੀਰੀਆਂ ਦੇ ਨਾਲ ਰੱਬ ਨਹੀਂ ਮਿਲਦਾ, ਅਡੰਬਰਾਂ ਦੇ ਨਾਲ ਰੱਬ ਨਹੀਂ ਮਿਲਦਾ। ਐਸੇ ਸ਼ਬਦ ਵਿੱਚੋਂ ਆਪਾਂ ਹੁਣੇ ਸੁਣਿਆ ਜੀ, ਵਿਚਾਰ ਆਪਾਂ ਸੁਣੀਏ। ਗੁਰੂ ਮਹਾਰਾਜ ਦਾ ਬਾਣੀ ਦਾ ਸ਼ਬਦ ਹੈ। ਹੁਣ ਮਿਲਣਾ ਕਿੱਥੇ? ਨਾਨਕ ਨੀਵਾਂ ਜੋ ਚੱਲੇ, ਲੱਗੇ ਨਾ ਤਤੀ ਵਾਓ। ਉਹਨੂੰ ਤਤੀ ਵਾਓ ਨਹੀਂ ਲੱਗਦੀ ਜੀ। ਸਾਚ ਕਹੂੰ ਸੁਣ ਲਿਓ, ਸਭੈ ਜਿਨ ਪ੍ਰੇਮ ਕੀਓ, ਤਿਨ ਹੀ ਪ੍ਰਪਾਇਓ। ਆਓ ਜੀ ਹੁਣ ਮੈਂ ਫਤਿਹ ਬੁਲਾਵਾਂ। ਸਾਰੀਆਂ ਸੰਗਤਾਂ ਬੜੇ ਪਿਆਰ ਨਾਲ ਫਤਿਹ ਬੁਲਾਓ ਜੀ। ਆਖੋ ਪਿਆਰ ਨਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਨੰਦ ਸਾਹਿਬ, ਆਨੰਦ ਸਾਹਿਬ, ਇਹ ਮੁੰਡਾ ਤਬਲੇ ਵਾਲਾ ਹੈਗਾ ਤੇ ਆ ਜਾਏ। ਬੋਲੋ ਉੱਚੀ ਸਾਰੇ। ਇੱਧਰੋਂ ਆਵਾਜ਼ ਨਹੀਂ ਆਈ। ਧੰਨਵਾਦ। ਮੱਤ ਸਾਫ਼ ਹੋ ਜਾਂਦੀ ਹੈ। ਗੱਲ ਆਪਾਂ ਕਰ ਰਹੇ ਕਿ ਨਿਵਲ ਭੁਯੰਗਮ ਸਾਧੇ, ਇਸ ਤਰ੍ਹਾਂ ਗੋਡਿਆਂ 'ਤੇ ਹੱਥ ਰੱਖ ਕੇ ਨੀਵੇਂ ਹੋ ਕੇ ਇਹਨਾਂ ਅੰਤੜੀਆਂ ਨੂੰ ਭਵਾਉਣਾ, ਸਾਫ਼ ਹੋ ਜਾਣ, ਡਾਈਜੈਸਟਿਵ ਸਿਸਟਮ ਸਾਡਾ ਸਹੀ ਰਵੇ, ਸਰੀਰ ਦਾ ਬਲੱਡ ਸਰਕੂਲੇਸ਼ਨ ਜਿਹੜਾ ਸਹੀ ਚੱਲੇ, ਸਰੀਰ ਐਕਟਿਵ ਰਵੇ। ਪਰ ਸਤਿਗੁਰੂ ਕੀ ਕਹਿੰਦੇ ਨੇ? ਇਹ ਜਿਹੜੇ ਅਸੀਂ ਕਰਮ ਕੀਤੇ, ਪਾਠ ਪੜ੍ਹਿਓ ਔਰ ਵੇਦ ਵਿਚਾਰਿਓ, ਨਿਵਲ ਭੁਯੰਗਮ ਸਾਧੇ, ਪੰਜ ਜਨਾਂ ਸੋ ਸੰਗ ਨਾ ਛੁਟਕਿਓ, ਅਧਿਕ ਅਹਮ ਬੁੱਧ ਬਾਧੇ। ਪੰਜ ਜਨ ਕਿਹੜੇ ਨੇ? ਦਾ 5 ਆਈਵਲਸ, ਪੰਜ ਚੋਰ। ਵਿਚ ਵਨ ਇਜ਼ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ। ਉਹ ਰਹਿੰਦੇ ਕਿੱਥੇ ਬਈ? ਪੰਜੇ ਚੋਰ। ਦੇ ਅਵਾਇਡਸ ਇਨ ਆਵਰ ਸੋਲ। ਸਾਡੇ ਅੰਦਰ ਰਹਿੰਦੇ ਆ ਉਹ ਚੋਰ ਪੰਜੇ। ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਸਾਡੇ ਅੰਦਰ ਵਸਦੇ ਨੇ। ਇਸ ਦੇਹੀ ਅੰਦਰ ਪੰਜ ਚੋਰ ਵਸੈ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰਾ। ਅੰਮ੍ਰਿਤ ਲੂਟੈ, ਮਨ ਮੁਖ ਨੇ ਬੂਝੈ, ਕੋਈ ਨਾ ਸੁਣੇ ਪੁਕਾਰਾ। ਅੰਦਰਲਾ ਅੰਮ੍ਰਿਤ, ਚੰਗਿਆਈਆਂ, ਇਹ ਲੁੱਟਦੇ ਪਏ ਨੇ। ਪੰਜੇ ਹੀ ਚੋਰ ਲੁੱਟਦੇ ਪਏ ਨੇ। ਇਹਨਾਂ ਨੂੰ ਬਾਹਰ ਕੱਢਣਾ ਪਏਗਾ, ਇਹਨਾਂ ਨੂੰ ਕੰਟਰੋਲ ਵਿੱਚ ਕਰਨਾ ਪਏਗਾ ਜੇ ਅਸੀਂ ਪਰਮਾਤਮਾ ਨੂੰ ਮਿਲਣਾ ਹੈ। ਉਹੀ ਗੱਲ ਸਤਿਗੁਰੂ ਜੀ ਸਾਨੂੰ ਸਮਝਾ ਰਹੇ ਨੇ ਕਿ ਪੰਜ ਜਨਾਂ ਸੋ ਸੰਗ ਨਾ ਛੁਟਕਿਓ, ਅਧਿਕ ਅਹਮ ਬੁੱਧ ਬਾਧੇ। ਕਹਿੰਦੇ ਹੋਰ ਸਾਡੀ ਜਿਹੜੀ ਆ ਮੱਤ, ਜਿਹੜੀ ਨਾ ਮੱਤ, ਇਹਦੇ ਵਿੱਚ ਹੰਕਾਰ ਭਰ ਜਾਂਦਾ ਆ ਕਿ ਮੈਂ ਤੇ ਆਹ ਕਰਮ ਕਰ ਰਿਹਾ। ਆਪਾਂ ਧਿਆਨ ਦੇ ਨਾਲ ਸੁਣਨਾ। ਗੁਰੂ ਸਾਹਿਬ ਜੀ ਕੀ ਸਾਨੂੰ ਅੱਗੇ ਕਹਿ ਰਹੇ ਨੇ? ਪਿਆਰੇ ਇਨ ਵਿਦ ਮਿਲ ਨਾ ਜਾਈ, ਮੈਂ ਕੀਏ ਕਰਮ ਅਨੇਕਾਂ। ਉਹ ਕਹਿੰਦੇ ਇਹਨਾਂ ਤਰੀਕਿਆਂ ਨਾਲ ਪ੍ਰਮਾਤਮਾ ਨਹੀਂ ਮਿਲੇਗਾ। ਸੁਣ ਲਿਓ ਧਿਆਨ ਨਾਲ, ਮੈਂ ਨਹੀਂ ਕਹਿ ਰਿਹਾ, ਗੁਰੂ ਸਾਹਿਬ ਕਹਿ ਰਹੇ ਨੇ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਹੈ, ਜੇ ਤੇ ਆਪਾਂ ਹੁਕਮ ਮੰਨਦੇ ਆ ਨਾ ਗੁਰੂ ਗ੍ਰੰਥ ਸਾਹਿਬ ਜੀ ਦਾ, ਤੇ ਸੁਣੋ ਫਿਰ ਧਿਆਨ ਨਾਲ ਗੁਰੂ ਮਹਾਰਾਜ ਸਾਨੂੰ ਕੀ ਕਹਿ ਰਹੇ ਨੇ। ਹਾਰ ਪਰਿਓ ਸੁਆਮੀ ਕੈ ਦੁਆਰੈ, ਦੀਜੈ ਬੁੱਧ ਵਿਵੇਕਾ। ਅਗਲੀ ਗੱਲ ਸਤਿਗੁਰੂ ਕਹਿੰਦੇ, ਮੌਨ ਭਇਓ ਕਰਪਾਤੀ ਰਹਿਓ, ਨਗਨ ਫਿਰਿਓ ਬਨ ਮਾਹੀ, ਤਟ ਤੀਰਥ ਸਭ ਧਰਤੀ ਭ੍ਰਮਿਓ, ਦੁਬਿਧਾ ਛੁਟਕੈ ਨਾਹੀ। ਮੌਨ ਭਇਓ, ਮੌਨੀ ਬਣ ਜਾਣਾ, ਮੂੰਹੋਂ ਕੁਛ ਬੋਲਣਾ ਹੀ ਨਾ ਕਿ ਸ਼ਾਇਦ ਇੱਦਾਂ ਹੀ ਪ੍ਰਮਾਤਮਾ ਮਿਲ ਜਾਏਗਾ। ਕਰ ਪਾਤੀ, ਕਰ ਕਹਿੰਦੇ ਨੇ ਹੱਥਾਂ ਨੂੰ, ਪਾਤੀ ਕਹਿੰਦੇ ਨੇ ਭਾਂਡੇ। ਹੱਥਾਂ ਨੂੰ ਵੀ ਅਸੀਂ ਭਾਂਡੇ ਬਣਾ ਵੇਖ ਲਿਆ। ਮੌਨ ਭਇਓ ਕਰਪਾਤੀ, ਜਿੰਨੇ ਵੀ ਅਸੀਂ ਕਰਮ ਕਰਦੇ ਹਾਂ। ਔਰ ਹੁਣ ਗੁਰੂ ਸਾਹਿਬ ਸਾਨੂੰ ਕੀ ਸਮਝਾ ਰਹੇ ਨੇ? ਮੌਨ ਭਇਓ ਕਰਪਾਤੀ ਰਹਿਓ, ਨਗਨ ਫਿਰਿਓ ਬਨ ਮਾਹੀ। ਅਸੀਂ ਇੱਥੇ ਵੇਖਦੇ ਨੇ ਨਾਂਗੇ ਵੀ ਨੰਗੇ ਰਹਿ ਕੇ ਪ੍ਰਮਾਤਮਾ ਮਿਲ ਜਾਊਗਾ, ਰੱਬ ਮਿਲ ਜਾਊਗਾ। ਮੌਨੀ ਰਹਿ ਕੇ ਰੱਬ ਮਿਲ ਜਾਊਗਾ। ਹੱਥਾਂ ਨੂੰ ਭਾਂਡੇ ਬਣਾ ਕੇ ਰੱਬ ਮਿਲ ਜਾਊਗਾ।
ਵਾਹਿਗੁਰੂ ਮਿਲ ਜੂਗਾ। ਮੋਨ ਭਇਓ ਕਿਰਪਾਤੀ ਰਹੋ, ਨਗਨ ਫਿਰਿਓ ਬਨ ਮਾਹੀ। ਜੰਗਲਾਂ ਦੇ ਵਿੱਚ ਜੇ ਨੰਗੇ ਰਹਿ ਕੇ ਪ੍ਰਮਾਤਮਾ ਮਿਲਦਾ ਹੁੰਦਾ ਤੇ ਅੱਜ ਸਾਰੇ ਪਸ਼ੂ ਜਾਨਵਰ ਜਿੰਨੇ ਵੀ ਉਹ ਸਾਰੇ ਮੁਕਤ ਹੋ ਜਾਂਦੇ। ਅੱਜ ਸ਼ੇਰ ਵਰਗਾ ਵੀ ਜਿਹੜਾ ਕਰੂਐਲਟੀ ਹੈ ਅੰਦਰ, ਨਿਰਦੈਤਾ ਹੈ, ਇਹਦਾ ਮਤਲਬ ਉਹ ਵੀ ਮੁਕਤ ਹੋ ਜਾਂਦਾ ਹੈ। ਨਹੀਂ, ਗੁਰੂ ਸਾਹਿਬ ਜੀ ਕੀ ਕਹਿ ਰਹੇ ਨੇ? ਤਟ ਤੀਰਥ ਸਭ ਧਰਤੀ ਭ੍ਰਮਿਓ, ਦੁਬਦਾ ਛੁਟਕੈ ਨਾਹੀ। ਅਸੀਂ ਤੀਰਥਾਂ ਦਾ ਕਿਨਾਰਾ ਕੋਈ ਨਹੀਂ ਛੱਡਿਆ। ਆ ਪ੍ਰਦੇਸ਼ਾਂ ਵਿੱਚ ਬੈਠੇ ਅਸੀਂ ਤੀਰਥਾਂ 'ਤੇ ਜਾਂਦੇ ਹਾਂ, ਜਾਓ, ਮੁਬਾਰਕ ਹੈ। ਇਹ ਗੁਰੂ ਨਾਨਕ ਸਾਹਿਬ ਜੀ ਦਾ ਵੀ ਉਪਦੇਸ਼ ਸੁਣ ਲਿਓ ਵੀ ਗੁਰੂ ਨਾਨਕ ਸਾਹਿਬ ਕੀ ਗੱਲ ਕਹਿ ਰਹੇ ਨੇ। ਉਹਨਾਂ ਦਾ ਹੀ ਅਸੀਂ 550ਵਾਂ ਪ੍ਰਕਾਸ਼ ਪੁਰਬ ਮਨਾ ਰਹੇ ਹਾਂ। ਕੋਈ ਕਿਸੇ ਰੂਪ 'ਚ ਮਨਾ ਰਿਹਾ, ਕੋਈ ਕਿਸੇ ਰੂਪ 'ਚ ਮਨਾ ਰਿਹਾ। ਦੁਨੀਆ ਨੇ ਆਪੋ ਆਪਣੇ ਤਰੀਕੇ ਫੜ ਲਏ ਨੇ, ਪਰ ਉਪਦੇਸ਼ ਮੰਨਣ ਵਾਸਤੇ ਕੋਈ ਤਿਆਰ ਨਹੀਂ ਹੈ। ਗੁਰੂ ਨਾਨਕ ਸਾਹਿਬ ਕਹਿੰਦੇ ਤੀਰਥ ਨਹਾਵਣ ਜਾਓ, ਰੋਕਦੇ ਨਹੀਂ ਵੀ ਤੀਰਥਾਂ 'ਤੇ ਨਹਾਉਣ ਨਾ ਜਾਇਓ। ਤੀਰਥ ਨਹਾਵਣ ਜਾਇਓ, ਤੀਰਥ ਨਾਮ ਹੈ। ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ। ਕਹਿੰਦੇ ਸਭ ਤੋਂ ਵੱਡਾ ਤੀਰਥ ਨਾਮ ਦਾ ਆ, ਨਾਮ ਦਾ। ਗੁਰਮੁਖੋ, ਜੇ ਤੁਸੀਂ ਉੱਠ ਕੇ ਅੰਮ੍ਰਿਤ ਵੇਲੇ ਉੱਠ ਕੇ ਤਾਂ ਉਸ ਵਾਹਿਗੁਰੂ ਦੇ ਨਾਲ ਜੁੜਦੇ ਹੋ, ਪਰਮਾਤਮਾ ਦੇ ਨਾਲ ਜੁੜਦੇ ਹੋ, ਉਹਦਾ ਸਿਮਰਨ ਕਰਦੇ ਹੋ। ਸਿਮਰਨ ਬੜਾ ਜ਼ਰੂਰੀ, ਅਤੇ ਸਿਮਰਨ ਸਭ ਤੋਂ ਉੱਚਾ ਹੈ। ਆਪਾਂ ਸੁਖਮਨੀ ਸਾਹਿਬ ਜੀ ਦਾ ਪਾਠ ਕਰਦੇ ਹਾਂ ਨਾ, ਪ੍ਰਭ ਕਾ ਸਿਮਰਨ ਸਭ ਤੋਂ ਉੱਚਾ। ਸਾਰਿਆਂ ਤੋਂ ਉੱਚਾ ਪ੍ਰਭੂ ਦਾ ਸਿਮਰਨ ਆ, ਜਿਹੜਾ ਬੰਦਾ ਸਿਮਰਨ ਕਰਦਾ। ਮੈਂ ਅੱਗੇ ਚੱਲਾਂ, ਸਮਾਂ ਮੁੱਕਦਾ ਜਾ ਰਿਹਾ। ਤਟ ਤੀਰਥ ਸਭ ਧਰਤੀ ਭ੍ਰਮਿਓ, ਦੁਬਦਾ ਛੁਟਕੈ ਨਾਹੀ। ਅਸੀਂ ਕੋਈ ਤੀਰਥ ਕਰਨ ਤੋਂ ਛੱਡਿਆ ਨਹੀਂ। ਹੁਣ ਵੀ ਸਾਡੇ ਵੀਰ ਭੈਣਾਂ ਵਿਦੇਸ਼ਾਂ ਵਿੱਚੋਂ ਵੀ ਆ ਰਹੇ ਨੇ, ਪਾਕਿਸਤਾਨ ਦੀ ਧਰਤੀ 'ਤੇ ਆ ਰਹੇ ਨੇ। ਕੋਈ ਪਾਕਿਸਤਾਨ ਤੋਂ ਇੰਡੀਆ ਜਾ ਰਿਹਾ, ਕੋਈ ਹੋਰ ਥਾਂ ਜਾ ਰਿਹਾ। ਅਸੀਂ ਤੀਰਥ ਕਰਨ ਵਾਸਤੇ ਜਾਂਦੇ ਹਾਂ। ਜਾਣਾ ਹੈ, ਇਹ ਨਹੀਂ ਕਿ ਅਸੀਂ ਨਹੀਂ ਜਾਣਾ, ਪਰ ਜਿਸ ਵਾਸਤੇ ਗੁਰੂ ਨਾਨਕ ਦੇਵ ਸਾਹਿਬ ਜੀ ਆਏ ਨੇ। ਆ ਹੁਣ ਇੱਥੇ ਨਾ ਪੰਜਾ ਸਾਹਿਬ ਗੁਰਦੁਆਰਾ, ਮਹਾਰਾਜ ਇੱਥੇ ਆ ਕੇ ਵਿਰਾਜਮਾਨ ਹੋਏ ਅਤੇ ਪਾਣੀ ਮੰਗਿਆ ਮਰਦਾਨੇ ਨੇ, ਅਤੇ ਭੇਜਿਆ ਨਾ ਉੱਪਰ। ਆ ਪਹਾੜੀ ਸਾਹਮਣੇ ਨਜ਼ਰ ਆ ਰਹੀ ਹੈ, ਅਤੇ ਵਲੀ ਕੰਧਾਰੀ ਦਾ ਸਥਾਨ ਵੀ ਨਜ਼ਰ ਆ ਰਿਹਾ। ਨਹੀਂ ਦਿੱਤਾ ਪਾਣੀ। ਉਹਨੇ ਆਖਿਆ ਜੇ ਤੇਰਾ ਪੀਰ ਕੌਣ ਹੈ? ਮੇਰਾ ਪੀਰ ਗੁਰੂ ਨਾਨਕ ਹੈ। ਆਖਿਆ ਤੈਨੂੰ ਉਹ ਪਾਣੀ ਨਹੀਂ ਦੇ ਸਕਦਾ? ਫਿਰ ਵੇਖ ਲਓ ਮਹਾਰਾਜ ਨੇ ਕਿੱਡੀ ਕਿਰਪਾ ਕੀਤੀ ਆ ਤੁਹਾਡੇ ਸਾਹਮਣੇ। ਐਸਾ ਜਲ ਅਜੇ ਤੱਕ ਨਹੀਂ ਮੁੱਕਿਆ। ਆਖੋ ਪਿਆਰ ਨਾਲ ਸਤਨਾਮ। ਤੇ ਉਸ ਗੁਰੂ ਨਾਨਕ ਦਾ ਆਪਾਂ ਕਹਿਣਾ ਮੰਨਣਾ ਆ ਕਿ ਨਹੀਂ ਮੰਨਣਾ? ਉਸ ਗੁਰੂ ਨਾਨਕ ਦਾ ਕਹਿਣਾ ਮੰਨੋ। ਜੋ ਗੁਰੂ ਨਾਨਕ ਦੀ ਬਾਣੀ ਕਹਿ ਰਹੀ ਹੈ ਆਪਾਂ ਉਹ ਕਰਨਾ ਆ। ਬਾਣੀ ਤੋਂ ਬਾਹਰ ਚੱਲਾਂਗੇ ਉਹ ਫਿਰ ਕਰਮ ਧਰਮ ਪਾਖੰਡ ਜੋ ਦਿਸੈ। ਮੈਂ ਗੱਲ ਅੱਗੇ ਲਿਜਾਵਾਂ। ਤਟ ਤੀਰਥ ਸਭ ਧਰਤੀ ਭ੍ਰਮਿਓ, ਦੁਬਦਾ ਛੁਟਕੈ ਨਾਹੀ। ਹੁਣ ਸਤਿਗੁਰੂ ਜੀ ਅਗਲੀ ਗੱਲ ਬੜੀ ਕਮਾਲ ਦੀ ਕਹਿ ਰਹੇ ਨੇ। ਮਨ ਕਾਮਨਾ ਤੀਰਥ ਜਾਏ ਬਸਿਓ, ਸਿਰ ਕਰਵਤ ਤਰਾਇਓ। ਮਨ ਦੀ ਇੱਛਾ ਦੇ ਮੁਤਾਬਕ ਕਈ ਬੰਦੇ ਹੁੰਦੇ ਨੇ ਨਾ, ਕਹਿੰਦੇ ਹੁਣ ਸਿਆਣੇ ਹੋ ਗਏ ਆ, ਹੁਣ ਤੀਰਥਾਂ ਦੇ ਉੱਤੇ ਹੀ ਜਾ ਕੇ ਘਰ ਪਾ ਲਈ। ਤਟ ਸਤਿਗੁਰੂ ਕਹਿੰਦੇ ਨੇ ਮਨ ਕਾਮਨਾ ਤੀਰਥ ਜਾਏ ਬਸਿਓ। ਹੁਣ ਗੁਰਦੁਆਰੇ ਦੇ ਸਾਹਮਣੇ ਆਪਾਂ ਘਰ ਬਣਾ ਲਈਏ ਤੇ ਕੀ ਆਪਾਂ ਰੱਬ ਨੂੰ ਮਿਲ ਲਾਂਗੇ? ਬੋਲੋ ਜੀ। ਜੇ ਗੁਰਦੁਆਰੇ ਦੇ ਸਾਹਮਣੇ ਆਪਾਂ ਘਰ ਬਣਾ ਲਈਏ ਤੇ ਰੱਬ ਨੂੰ ਮਿਲ ਲਾਂਗੇ? ਘਰ ਤੇ ਆਪਾਂ ਗੁਰਦੁਆਰੇ ਦੇ ਸਾਹਮਣੇ ਬਣਾ ਲਿਆ, ਲੇਕਿਨ ਗੁਰੂ ਦੀ ਗੱਲ ਆਪਾਂ ਇੱਕ ਵੀ ਨਹੀਂ ਮੰਨੀ। ਵਾਹਿਗੁਰੂ ਮਿਲ ਜਾਏਗਾ? ਬੜੀ ਦੂਰ ਬੈਠੇ ਜਿਹੜੇ ਰੱਬ ਦੇ ਨਾਲ ਜੁੜਦੇ ਨੇ, ਭਾਵੇਂ ਗੁਰਦੁਆਰੇ ਤੋਂ ਦੂਰ ਘਰ ਆ, ਪਰ ਜੋ ਗੁਰ ਕਹੈ ਸੋਈ ਭਲ ਮਾਨੋ। ਜੋ ਗੁਰੂ ਸਾਹਿਬ ਸਾਨੂੰ ਹੁਕਮ ਕਰਦੇ ਨੇ ਮੰਨਦੇ ਨੇ, ਰੱਬ ਉੱਥੇ ਹੀ ਚਲਿਆ ਜਾਂਦਾ। ਆਖੋ ਪਿਆਰ ਨਾਲ ਸਤਿਨਾਮ। ਚਲਿਆ ਜਾਂਦਾ ਨਾ ਰੱਬ, ਉੱਥੇ ਹੀ ਸਹਾਈ ਹੋ ਜਾਂਦਾ। ਕਿੰਨੀਆਂ ਅਰਦਾਸਾਂ ਸਾਡੇ ਇਤਿਹਾਸ ਪੜ੍ਹ ਕੇ ਵੇਖ ਲਓ। ਗੁਰੂ ਸਾਹਿਬ ਗੁਰੂ ਨਾਨਕ ਦੇਵ ਮਹਾਰਾਜ ਚੱਲ ਚੱਲ ਕੇ ਉੱਥੇ ਗਏ।
ਜੇ ਭਾਈ ਹਰਾ ਜੀ ਅਰਦਾਸ ਕਰਦਾ ਸੀ ਨਾ ਜੇਲ੍ਹ ਦੇ ਵਿੱਚ ਬੈਠਾ ਰੋਹਿਲਖੰਡ, ਤੇ ਮਹਾਰਾਜ ਇੱਥੇ ਬੰਦਿਆਂ ਨੂੰ ਵੇਚਿਆ ਜਾਂਦਾ, ਇੱਥੇ ਵਰਦਿਆਂ ਨੂੰ ਵੇਚਿਆ ਜਾਂਦਾ, ਇੱਥੇ ਔਰਤਾਂ ਨੂੰ ਵੇਚਿਆ ਜਾਂਦਾ, ਇੱਥੇ ਮੰਡੀ ਲੱਗਦੀ ਹੈ। ਇਹ ਮੇਰੇ ਪਾਤਸ਼ਾਹ ਇਹਨਾਂ ਦਾ ਕਦੋਂ ਉਧਾਰ ਹੋਏ? ਤੇ ਗੁਰੂ ਨਾਨਕ ਸਾਹਿਬ ਉੱਥੇ ਹੀ ਚਲੇ ਗਏ ਸੀ ਰੋਹਿਲਖੰਡ, ਉਹਨਾਂ ਦਾ ਜਾ ਕੇ ਉਧਾਰ ਕੀਤਾ। ਅੱਗੇ ਚਲੀਏ। ਮਨ ਕਾਮਨਾ ਤੀਰਥ ਜਾਏ ਬਸਿਓ ਸਿਰ ਕਰਬਤ ਧਰਾਏ। ਕਰਬਤ ਜਿਹੜਾ ਆਰਾ ਪਿਆ ਹੈ ਇੱਕ ਬਨਾਰਸ ਦੇ ਅੰਦਰ ਇੰਡੀਆ ਵਿੱਚ, ਉੱਥੇ ਇੱਕ ਸ਼ਿਵ ਮੰਦਰ ਆ, ਉਹਦੇ ਵਿੱਚ ਆਰਾ ਰੱਖਿਆ ਹੋਇਆ। ਤੇ ਪਹਿਲਿਆਂ ਸਮਿਆਂ ਦੇ ਵਿੱਚ ਇਹ ਕਿਹਾ ਜਾਂਦਾ ਸੀ ਕਿ ਜਿਹੜਾ ਇਸ ਆਰੇ ਦੇ ਨਾਲ 2 ਫਾੜ ਹੋ ਗਿਆ ਨਾ, ਉਹਨੂੰ ਸਿੱਧਾ ਹੀ ਸਵਰਗ ਮਿਲ ਜਾਊਗਾ। ਆ ਏਡਾ ਵੱਡਾ ਸੰਸਾਰ ਆ, ਜੇ ਆਰੇ ਦੇ ਨਾਲ ਇਉਂ ਚੀਰਨ ਦੇ ਨਾਲ ਹੀ ਸਵਰਗ ਮਿਲ ਜਾਏ ਤੇ ਫਿਰ ਆਪਾਂ ਇੱਥੇ ਕਿਉਂ ਬੈਠੇ ਆ? ਚੱਲੀਏ ਫਿਰ ਸਾਰੇ ਚੀਰੇ ਜਾਈਏ ਆਰੇ ਦੇ ਨਾਲ, ਹੋ ਸਕਦਾ ਰੱਬ ਮਿਲ ਜਾਏ। ਨਹੀਂ, ਸਤਿਗੁਰੂ ਕਹਿ ਰਹੇ ਨੇ, ਮੈਂ ਨਹੀਂ ਕਹਿ ਰਿਹਾ। ਚਾਹੇ ਤੀਰਥ ਤੇ ਜਾ ਕੇ ਘਰ ਬਣਾ ਲਈਏ, ਚਾਹੇ ਉਸ ਆਰੇ ਦੇ ਨਾਲ 2 ਫਾੜ ਹੋ ਜਾਈਏ। ਹੁਣ ਸਤਿਗੁਰੂ ਜੀ ਅਗਲੀ ਗੱਲ ਕਹਿ ਰਹੇ ਨੇ, ਮਨ ਕੀ ਮੈਲ ਨਾ ਉਤਰੈ ਇਹ ਬਿਦ ਜੇ ਲੱਖ ਯਤਨ ਕਰਾਏ। ਮਨ ਦੀ ਮੈਲ ਨਹੀਂ ਹੋ ਜਾਂਦੀ। ਮਨ ਕਦੇ ਸਾਨੂੰ ਮੈਲਾ ਨਹੀਂ ਕਰਨਾ ਚਾਹੀਦਾ। ਅਸੀਂ ਰੋਜ਼ ਅਰਦਾਸ ਕਰਦੇ ਨਾ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ। ਆ ਜਰਾ ਬੋਲੋ, ਅਸੀਂ ਬੋਲਣ ਵਾਸਤੇ ਇੱਕ ਇਹ ਕਰਦੇ ਹਾਂ ਕਿ ਅਸੀਂ ਭਲਾ ਕਰਦੇ ਵੀ ਹਾਂ ਦੁਨੀਆ ਵਿੱਚ ਜਾ ਕੇ। ਭਲਾ ਕਰਿਆ ਕਰੋ। ਭਲਾ ਮੰਗਣਾ ਇੱਕ ਵੱਖਰੀ ਗੱਲ ਆ, ਭਲਾ ਕਰਨਾ ਵੀ ਹੈ। ਪ੍ਰੈਕਟੀਕਲੀ ਅਸੀਂ ਭਲਾ ਕਰਨਾ। ਆ ਕਈ ਮੈਂ ਦੇਖੇ ਗੁਰੂ ਪਿਆਰੇ ਭਾਵੇਂ ਦੁਕਾਨ ਕਰਦੇ ਨੇ, ਭਾਵੇਂ ਨੌਕਰੀ ਕਰਦੇ ਨੇ, ਉਹਨਾਂ ਨੇ ਗੁਰੂ ਮਹਾਰਾਜ ਦਾ ਦਸਵੰਧ ਜਿਹੜਾ ਉਹ ਜ਼ਰੂਰ ਕੱਢ ਕੇ ਉਹ ਭੇਟਾ ਕਰਨਾ ਉਹਨਾਂ ਗਰੀਬਾਂ ਵਾਸਤੇ ਜਿਨ੍ਹਾਂ ਨੂੰ ਪ੍ਰਸ਼ਾਦਾ ਵੀ ਨਹੀਂ ਮਿਲਦਾ। ਆ ਪਿੱਛੇ ਜਿਹਾ ਅਸੀਂ ਸਿੱਖ ਚੈਨਲ ਤੋਂ ਇਹ ਵੈਨਜ਼ੂਏਲਾ ਦੀ ਧਰਤੀ ਪੀਰੂ ਦੇ ਵਿੱਚ ਵਿਖਾਏ ਸੀ। ਉਹ ਬੱਚੇ ਜਿਹੜੇ ਕੂੜੇ ਵਾਲੇ ਡਰਮਾਂ ਦੇ ਵਿੱਚੋਂ ਸੁੱਕੇ ਹੋਏ ਬ੍ਰੈਡ ਕੱਢ ਕੇ, ਬਚੇ ਹੋਏ ਟੁਕੜੇ ਕੱਢ ਕੇ ਉਹ ਖਾ ਕੇ ਗੁਜ਼ਾਰਾ ਕਰਦੇ ਸਨ। ਤੇ ਜੇ ਅਸੀਂ ਇਸ ਤਰ੍ਹਾਂ ਕਿਸੇ ਦੀ ਜਾ ਕੇ ਸਹਾਇਤਾ ਕਰ ਦਈਏ, ਕਿੰਨਾ ਚੰਗਾ ਹੋਏਗਾ ਸਾਡੇ ਵਾਸਤੇ। ਗੁਰੂ ਮਹਾਰਾਜ ਅਗਲੀ ਗੱਲ ਸਾਨੂੰ ਸਮਝਾਉਂਦੇ ਨੇ, ਮਨ ਕੀ ਮੈਲ ਨਾ ਉਤਰੈ ਇਹ ਬਿਦ ਜੇ ਲੱਖ ਯਤਨ ਕਰਾਏ। ਕਨਕ ਕਾਮਨੀ ਹੈਵਰ ਗੈਬਰ ਬਹੁ ਬਿਦ ਦਾਨ ਦਤਾਰਾ। ਅਸੀਂ ਸੋਨਾ, ਇਸਤਰੀਆਂ, ਹਾਥੀ, ਘੋੜੇ, ਬੜਾ ਕੁਝ ਅਸੀਂ ਦਾਨ ਕੀਤਾ ਹੈ। ਕਨਕ ਕਾਮਨੀ ਹੈਵਰ ਗੈਬਰ ਬਹੁ ਬਿਦ ਦਾਨ ਦਤਾਰਾ। ਅੰਨ ਬਸਤਰ ਭੂਮ ਬਹੁ ਅਰਪੈ ਨਹਿ ਮਿਲਿਆ ਹਰ ਦੁਆਰ। ਅੰਨ ਵੀ ਅਸੀਂ ਲੰਗਰ ਵੀ ਲਾਉਂਦੇ ਆ, ਲਾਉਣਾ ਅਸੀਂ ਗੁਰੂ ਨਾਨਕ ਪਾਤਸ਼ਾਹ ਨੇ ਇੱਥੇ ਹੀ ਕਿਰਪਾ ਕੀਤੀ ਨਾ। ਅੱਜ ਤੱਕ ਨਹੀਂ ਉਹ ਸਮਾਪਤੀ ਹੋਈ। ਲੰਗਰ ਚੱਲਦਾ, ਕਿਸੇ ਗੁਰਦੁਆਰੇ ਚਲੇ ਜਾਓ, ਕੋਈ ਗਰੀਬ ਛਕਣ ਵਾਸਤੇ ਆ ਜਾਏ, ਉਹਨੂੰ ਪਿਆਰ ਨਾਲ, ਉਹਨੂੰ ਪ੍ਰੇਮ ਨਾਲ ਬਿਠਾਲ ਕੇ ਲੰਗਰ ਛਕਾਇਆ ਕਰੋ। ਕੋਈ ਭੁੱਖਾ ਆ ਜਾਏ, 2 ਵਾਰ ਲੰਗਰ ਛਕ ਜਾਏ, 10 ਵਾਰ ਲੰਗਰ ਛਕ ਜਾਏ, 20 ਵਾਰ ਲੰਗਰ ਛਕ ਜਾਏ, ਕਰੋੜਾਂ ਵਾਰ ਲੰਗਰ ਛਕ ਜਾਏ, ਖੁਸ਼ ਹੋ ਕੇ ਉਹਨੂੰ ਲੰਗਰ ਛਕਾਇਆ ਕਰੋ। ਗੁਰੂ ਨਾਨਕ ਸਾਹਿਬ ਜੀ ਦਾ ਇਹ ਉਪਦੇਸ਼ ਹੈ ਸਾਨੂੰ। 550ਵੇਂ ਪ੍ਰਕਾਸ਼ ਦਿਵਸ 'ਤੇ ਅਸੀਂ ਇਹ ਮੰਨਣਾ ਹੈ। ਉਹੀ ਗੱਲ ਸਤਿਗੁਰੂ ਜੀ ਸਾਨੂੰ ਸਮਝਾ ਰਹੇ ਨੇ, ਅੰਨ ਬਸਤਰ ਭੂਮ ਬਹੁ ਅਰਪੈ ਨਹਿ ਮਿਲਿਆ ਹਰ ਦੁਆਰਾ। ਅੰਨ ਬੜਾ ਅਸੀਂ ਦਾਨ ਕੀਤਾ, ਜ਼ਮੀਨਾਂ ਦਾਨ ਕਰ ਦਿੱਤੀਆਂ, ਕੱਪੜੇ ਦਾਨ ਕਰ ਦਿੱਤੇ, ਨਹਿ ਮਿਲਿਆ ਹਰ ਦੁਆਰਾ। ਉਸ ਪਰਮਾਤਮਾ, ਉਸ ਪਰਮੇਸ਼ਰ ਦਾ ਦੁਆਰਾ ਸਾਨੂੰ ਮਿਲਿਆ ਨਹੀਂ, ਰੱਬ ਮਿਲਿਆ ਹੀ ਨਹੀਂ। ਜਰਾ ਸੋਚੋ ਵੀ ਕਿਉਂ ਨਹੀਂ ਮਿਲਿਆ। ਜਵਾਬ ਤੇ ਸਾਨੂੰ ਮਿਲ ਗਿਆ ਹੋਣਾ ਨਾ, ਸਾਡੇ ਮਨ 'ਚ ਆ ਗਈ ਹੋਣੀ ਇਹ ਗੱਲ, ਪਰ ਅਸੀਂ ਮੂੰਹੋਂ ਕਹਿਣਾ ਨਹੀਂ ਚਾਹੁੰਦੇ। ਅਸੀਂ ਹੁਣ ਬੋਲ ਹੀ ਨਹੀਂ ਸਕਦੇ। ਕਿਉਂ? ਸਾਡੇ ਅੰਦਰ ਇਹ ਬਿਲਕੁਲ ਜਵਾਬ ਆ ਚੁੱਕਾ ਹੈ ਕਿ ਅਸੀਂ ਜਦੋਂ ਕੋਈ ਵੀ ਕਿਸੇ ਤਰ੍ਹਾਂ ਦੀ ਚੀਜ਼ ਦਿੰਦੇ ਆ, ਦਿੰਦਾ ਤਾਂ ਸਾਨੂੰ ਪਰਮਾਤਮਾ, ਦਿੰਦਾ ਤਾਂ ਸਾਨੂੰ ਵਾਹਿਗੁਰੂ ਦਾ। ਅਸੀਂ ਕਹਿੰਦੇ ਮੈਂ ਦਾਨ ਕਰ ਦਿੱਤਾ। ਮੈਂ ਕਦੋਂ ਨਿਕਲੂਗੀ ਬੰਦੇ ਦੇ ਵਿੱਚੋਂ? ਸੱਚ ਆਖਾਂ, ਜਿਸ ਦਿਨ ਮੈਂ ਨਿਕਲ ਗਈ ਉਸੇ ਦਿਨ ਤੂੰ ਆ ਜਾਣਾ, ਉਸੇ ਦਿਨ ਰੱਬ ਵਸ ਜਾਣਾ। ਕਬੀਰ ਸਾਹਿਬ ਕਹਿੰਦੇ ਨੇ, ਕਬੀਰ ਤੂੰ ਕਰਤਾ ਤੂੰ ਹੁਆ। ਕਬੀਰ ਸਾਹਿਬ ਕਹਿੰਦੇ ਤੂੰ ਕਰਿਆ ਕਰ,
तू तू करता तू हुआ, मुझ में रहा ना हूँ, जब आपा परका मिट गया, जत देखो तत तू। ਕਹਿੰਦੇ ਜਦੋਂ ਇਹ ਗੱਲਾਂ ਸਾਡੇ ਅੰਦਰੋਂ ਨਿਕਲ ਗਈਆਂ ਨਾ, ਮੇਰਾ ਤੇਰਾ, ਮੇਰ ਤੇਰ, ਦੁਈ ਦਵੈਸ਼, ਈਰਖਾ, ਬਾਦ, ਹੰਕਾਰ, ਇਹ ਗੱਲਾਂ ਜਿੱਦਣ ਸਾਡੇ ਅੰਦਰੋਂ ਮੈਂ ਨਿਕਲ ਗਈਆਂ ਉਦੋਂ ਸਾਡੇ ਅੰਦਰ ਵਾਹਿਗੁਰੂ ਵਸ ਜਾਏਗਾ। ਆਖੋ ਪਿਆਰ ਨਾਲ ਸਤਨਾਮ। ਇੱਕ ਵਾਰ ਫਿਰ ਕਹਿ ਦਿਓ ਸਤਨਾਮ। ਉਹ ਗੱਲ ਸਮਝ ਲਈ ਜੇ ਤੁਸੀਂ ਸਮਝ ਗਏ ਹੋ ਨਾ। ਜਦੋਂ ਤੱਕ ਮੈਂ ਹੈ, ਜਬ ਲਗ ਮੇਰੀ ਮੇਰੀ ਕਰੈ, ਤਬ ਲਗ ਕਾਜ ਏਕ ਨਹੀਂ ਸਰੈ। ਜਦੋਂ ਤੱਕ ਤੂੰ ਮੇਰੀ ਮੇਰੀ ਕਰਦਾ ਰਹੇਗਾ ਨਾ, ਆਹ ਮੈਂ ਇੱਥੇ ਦਿੱਤਾ ਸੀ ਗੁਰਦੁਆਰੇ ਨੂੰ, ਆਹ ਮੈਂ ਲੰਗਰ ਲਾਇਆ ਸੀਗਾ, ਆਹ ਮੈਂ ਉੱਥੇ ਦਾਨ ਦਿੱਤਾ ਸੀਗਾ, ਉਹ ਮੈਂ ਕੌਣ ਹੈ? ਤੈਨੂੰ ਕਿਹਨੇ ਦਿੱਤਾ? ਜਦੋਂ ਪੁੱਛਿਆ ਆਪਣੇ ਆਪ ਨੂੰ, ਤੈਨੂੰ ਕਿਹਨੇ ਦਿੱਤਾ? ਤੇਰੇ ਤੇ ਬਖਸ਼ਿਸ਼ ਕਿਹਨੇ ਕੀਤੀ ਆ? ਕਦੀ ਅਸੀਂ ਸੋਚਿਆ? ਕਦੇ ਵੀ ਨਹੀਂ ਅਸੀਂ ਸੋਚਿਆ। ਸਾਨੂੰ ਤੇ ਉਹ ਦਾਨ ਦੇ ਸਭ ਕੋ ਦਾਨ ਦੇ ਪ੍ਰਭ ਉਹ ਹੈ। ਉਹ ਸਾਰਿਆਂ ਨੂੰ ਉਹਨੇ ਦਾਨ ਦਿੱਤਾ ਹੈ। ਸਾਨੂੰ ਸਰੀਰ ਉਹਨੇ ਦਾਨ ਵਿੱਚ ਦੇ ਦਿੱਤਾ ਹੈ, ਅੱਖਾਂ ਉਹਨੇ ਦਾਨ ਵਿੱਚ ਦੇ ਦਿੱਤੀਆਂ, ਨੱਕ ਉਹਨੇ ਦਾਨ ਵਿੱਚ ਦੇ ਦਿੱਤਾ, ਕੰਨ ਉਹਨੇ ਦਾਨ ਵਿੱਚ ਦੇ ਦਿੱਤੇ ਆ, ਸਾਨੂੰ ਸਵਾਸ ਦੇ ਦਿੱਤੇ ਆ। ਜਿਹੜਾ ਸੋਚੋ ਸਵਾਸ ਸਾਨੂੰ ਉੱਥੇ ਜਾਂਦਿਆਂ ਸਾਹ ਸਾਡਾ ਨਿਕਲ ਗਿਆ, ਆਹ ਮਹਿਲ ਮਨਾਰੇ ਸਾਡੇ ਇੱਥੇ ਹੀ ਰਹਿ ਗਏ। ਬੰਦਾ ਕੁਛ ਨਹੀਂ ਨਾ ਨਾਲ ਲੈ ਕੇ ਜਾਂਦਾ, ਇੱਥੇ ਰਹਿ ਗਿਆ ਨਾ ਸਾਰਾ ਕੁਛ ਹੀ। ਆ ਤੁਰਿਆ ਤੁਰਿਆ ਜਾਂਦਾ ਬੰਦਾ ਡਿੱਗ ਪੈਂਦਾ, ਬਸ ਦੁਨੀਆ ਤੋਂ ਚਲਾ ਗਿਆ। ਜੇਬ ਦੇ ਮਾਇਆ ਜੇਬ 'ਚ ਰਹਿ ਗਈ, ਜੋ ਕੁਝ ਸੀਗਾ ਸਾਰਾ ਕੁਝ ਉੱਥੇ ਰਹਿ ਗਿਆ, ਖਤਮ ਹੋ ਗਿਆ ਬੰਦਾ। ਸੋਚਿਆ ਕਰੋ ਇਸ ਚੀਜ਼ ਨੂੰ। ਮੈਂ ਨੂੰ ਆਪਣੇ ਅੰਦਰੋਂ ਕੱਢ ਲਓ। ਇੱਕ ਗੱਲ ਹੋਰ ਸਾਂਝੀ ਕਰਾਂ, ਬਾਣੀ ਕਹਿ ਰਹੀ, ਬਾਣੀ, ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹਟਾਏ, ਦੇਹੀ ਰੋਗ ਨਾ ਲੱਗੇ ਪੱਲੇ, ਸਭ ਕੁਛ ਪਾਏ। ਕਹਿੰਦੇ ਬੁਰੇ ਦਾ ਵੀ ਭਲਾ ਕਰਦੀ ਹੈ ਨਾ, ਸਮਝੀ ਆ ਮੇਰਾ ਦੁਸ਼ਮਣ ਆ। ਅੱਛਾ ਇੱਕ ਗੱਲ ਸੱਚ ਆਖਾਂ, ਜਦੋਂ ਤੁਸੀਂ ਸੰਗਤ ਕਰਦੇ ਹੋ ਨਾ, ਸਵੇਰੇ ਸ਼ਾਮ ਸਵੇਰੇ ਗੁਰਦੁਆਰੇ ਆਉਂਦੇ ਹੋ, ਗੁਰੂ ਮਹਾਰਾਜ ਭਲਾ ਕੀ ਕਹਿੰਦੇ ਨੇ ਸਾਨੂੰ? ਕੀ ਉਪਦੇਸ਼ ਹੈ ਗੁਰੂ ਪਾਤਸ਼ਾਹ ਜੀ ਦਾ? ਗੁਰਬਾਣੀ ਦਾ ਉਪਦੇਸ਼ ਕੀ ਹੈ ਸਾਨੂੰ? ਸੁਣਿਓ ਧਿਆਨ ਨਾਲ। ਮਹਾਰਾਜ ਕਹਿੰਦੇ ਨੇ, ਵਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੋਹਿ ਪਾਈ, ਨਾ ਕੋ ਬੈਰੀ ਨਾਹੇ ਬੇਗਾਨਾ, ਸਗਲ ਸੰਗ ਹਮ ਕੋ ਬਣੇ। ਆ ਜਿਹੜਾ ਗੁਰੂ ਸਾਹਿਬ ਦੇ ਰੋਜ਼ ਦਰਸ਼ਨ ਕਰਨ ਵਾਲਾ ਬੰਦਾ, ਗੁਰੂ ਸਾਹਿਬ ਜੀ ਦੀ ਰੋਜ਼ ਬਖਸ਼ਿਸ਼ ਪ੍ਰਾਪਤ ਕਰਨ ਵਾਲਾ ਇਨਸਾਨ, ਉੱਥੇ ਜਾ ਕੇ ਕਿਸੇ ਨੂੰ ਬੈਰੀ ਸਮਝ ਸਕਦਾ? ਬਾਹਰ ਜਾ ਕੇ, ਬੂਹੋਂ ਬਾਹਰ ਜਾ ਕੇ ਪਿਆ ਮੇਰਾ ਬੈਰੀ ਆ। ਜਿਹੜਾ ਸੰਗਤ ਕਰਕੇ ਜਾਏਗਾ ਗੁਰੂ ਦੀ, ਦੱਸੋ ਉਹਦਾ ਕੋਈ ਵੈਰੀ ਹੈ? ਉਹ ਵੈਰ ਕਰੇਗਾ, ਮੱਥਾ ਟੇਕਿਆ ਕੀ ਬਣਾਏਗਾ? ਜੇ ਤੂੰ ਬਾਹਰ ਜਾ ਕੇ ਫਿਰ ਵੀ ਮਨ 'ਚ ਰੱਖੀ ਕਿ ਇਹ ਤਾਂ ਮੇਰਾ ਬੈਰੀ ਆ, ਮੈਂ ਇਹਦੀ ਦੁਕਾਨ ਦੇ ਮੋਹਰਿਓਂ ਦੀ ਨਹੀਂ ਲੰਘਣਾ, ਉਹ ਆ ਰਿਹਾ ਹੈ ਤੇ ਮੇਰਾ ਦੁਸ਼ਮਣ ਆ, ਮੈਂ ਇਹਦੇ ਮੱਥੇ ਨਹੀਂ ਲੱਗਣਾ। ਮਨੁੱਖਤਾ, ਹਿਊਮੈਨਿਟੀ। ਸਤਿਗੁਰੂ ਕਹਿੰਦੇ ਨੇ ਨਾ, ਵਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੋਹਿ ਪਾਈ, ਨਾ ਕੋ ਬੈਰੀ ਨਾਹੇ ਬੇਗਾਨਾ, ਸਗਲ ਸੰਗ ਹਮ ਕੋ ਬਣ ਆਈ। ਅਸੀਂ ਇਹ ਗ੍ਰਹਿਣ ਕੀਤਾ। ਕਹਿਣ ਤੋਂ ਭਾਵ ਮੈਂ ਨੂੰ ਗਵਾ ਦਿਓ, ਮੈਂ ਨੂੰ ਅੰਦਰੋਂ ਕੱਢ ਦਿਓ। ਜਬ ਲਗ ਮੇਰੀ ਮੇਰੀ ਕਰੈ, ਤਬ ਲਗ ਕਾਜ ਏਕ ਨਹੀਂ ਸਰੈ, ਜਬ ਮੇਰੀ ਮਿਟ ਜਾਏ ਤਬ ਪ੍ਰਭ ਕਾਜ ਸੁਬਾਰੇ ਆਏ। ਕਹਿੰਦੇ ਜਿਸ ਦਿਨ ਤੇਰੇ ਮਨ ਦੇ ਅੰਦਰੋਂ ਮੈਂ ਤੇ ਮੇਰੀ ਨਿਕਲ ਗਈ, ਤੇਰੇ ਸਾਰੇ ਹੀ ਕਾਰਜ ਗੁਰੂ ਨੇ ਆਪੇ ਕਰੀ ਜਾਣੇ ਨੇ। ਆਖੋ ਪਿਆਰ ਨਾਲ ਸਤਨਾਮ। ਤੇ ਕਸੂਰ ਫਿਰ ਕਾਹਦਾ, ਕਿਹਦਾ? ਕਸੂਰ ਸਾਡਾ ਆ। ਅਸੀਂ ਤੇ ਪੰਜੇ ਹੀ ਜ਼ੋਰ ਨਾਲ ਲਈ ਫਿਰਦੇ ਹਾਂ, ਫਿਰ ਕਹਿੰਦੇ ਸਾਡਾ ਕੰਮ ਹੀ ਨਹੀਂ ਹੋਇਆ। ਕੱਢੋ ਬਾਹਰ ਇਹਨਾਂ ਨੂੰ। ਭਰੀਐ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾ ਮੈਂ ਕਹਿ ਰੰਗ। ਅੰਦਰੋਂ ਜੁੜਿਆ ਕਰੋ। ਜਦੋਂ ਇੱਥੇ ਬਹਿੰਦੇ ਨਾ ਆਪਾਂ ਆ ਕੇ, ਅੰਦਰੋਂ ਜੁੜਿਆ ਕਰੋ ਗੁਰੂ ਦੇ ਨਾਲ। ਜਿਸ ਦਿਨ ਅਸੀਂ ਅੰਦਰੋਂ ਜੁੜ ਗਿਆ, ਉਸ ਦਿਨ ਪ੍ਰਮਾਤਮਾ ਸਾਡੇ ਅੰਦਰ ਵਸ ਜਾਏਗਾ। ਅੱਗੇ ਚੱਲੀਏ, ਸਮਾਪਤੀ ਵੱਲ ਵਧੀਏ। ਪੂਜਾ ਅਰਚਾ ਬੰਧਨ ਡੰਡੌਤ, ਖਟ ਕਰਮਾ ਰਤ ਰਹਿਤਾ। ਪੂਜਾ ਦੇਵ ਪੂਜਾ ਕਰ ਲਈ ਅਸੀਂ, ਅਰਚਾ ਮੂਰਤੀ ਪੂਜਾ ਕਰ ਲਈ, ਖਟ ਕਰਮ
विद्या पढ़नी ते पढ़ाउणी, जग करना ते कराउणा, दान देना ते लैना, ਇਹ ਖਾਟ ਕਰਮ ਨੇ। ਅਸੀਂ ਤਾਂ ਇਹਨਾਂ ਵਿੱਚ ਹੀ ਫਸ ਗਏ। ਖਟ ਕਰਮਾਂ ਰਤ ਰਹਿਤਾ, ਕਹਿੰਦੇ ਇਹਨਾਂ ਦੇ ਵਿੱਚ ਅਸੀਂ ਮਗਨ ਹੋ ਗਏ, ਇਹਨਾਂ ਦੇ ਵਿੱਚ ਅਸੀਂ ਜੁੜ ਗਏ। ਹਉ ਹਉ ਕਰਤ ਬੰਧਨ ਮੈਂ ਪਰਿਆ ਨਾ ਮਿਲੀਆਂ ਇਹ ਜੁਗਤਾ। ਹਉ ਮੇਰੀ ਮੇਰੀ ਹਉ, ਕਹਿੰਦੇ ਹਉਮੈ ਨੂੰ, ਹੋ ਮੈਂ ਹਉਮੈ ਦਾ ਅਰਥ ਇਹਨਾਂ ਜੁਗਤਾਂ ਦੇ ਨਾਲ ਕਹਿੰਦੇ ਨਹੀਂ ਰੱਬ ਮਿਲਿਆ। ਹੁਣ ਅਗਲੀ ਗੱਲ ਸਤਿਗੁਰੂ ਜੀ ਕਹਿਣ ਲੱਗੇ ਨੇ, ਜੋਗ ਸਿੱਧ ਆਸਣ 84 ਇਹ ਵੀ ਕਰ ਰਿਹਾ। 84 ਆਸਣ ਨੇ, ਰਿੱਧੀਆਂ ਸਿੱਧੀਆਂ ਵੀ ਬਸ ਕਰ ਲਈਆਂ, 84 ਆਸਣ ਵੀ ਕਰ ਵੇਖ ਲੈ, ਇਹ ਵੀ ਕਰ ਰਿਹਾ। ਇਹ ਵੀ ਕਰ ਅਸੀਂ ਵੇਖ ਲੈ, ਵੱਡੀ ਆਰਜਾ ਫਿਰ ਜਨਮੈ ਹਰ ਸਿਉ ਸੰਗ ਨਾ ਗਹਿਆ। ਇਸ ਆਸ ਦੇ ਨਾਲ ਵੀ ਸਾਡੀ ਉਮਰ ਜ਼ਿਆਦਾ ਹੋ ਜਾਊਗੀ। ਹੁਣ ਗੁਰਬਾਣੀ ਵਿੱਚ ਕੀ ਲਿਖਿਆ ਹੈ, ਸੁਣਿਓ ਧਿਆਨ ਨਾਲ। ਮਾਇਆ ਮੋਹ ਭਰਮ ਪੈ ਭੂਲੇ, ਸੁਤ ਦਾਰਾ ਸਿਉ ਪ੍ਰੀਤ ਲਗਾਏ। ਇਕ ਉੱਤਮ ਪੰਥ ਸੁਨਿਓ ਗੁਰ ਸੰਗਤ, ਤਿਹ ਮਿਲੰਤ ਜਮ ਤਰਾਸ ਮਿਟਾਏ। ਇੱਕ ਅਰਦਾਸ ਪਾਠ ਕੀਰਤ ਕੀ, ਗੁਰੂ ਰਾਮਦਾਸ ਰਾਖੋ ਸ਼ਰਨਾਈ। ਇੱਕ ਅਰਦਾਸ ਪਾਠ ਕੀਰਤ ਕੀ, ਗੁਰੂ ਰਾਮਦਾਸ ਰਾਖੋ ਸ਼ਰਨਾਈ। ਜੁਗੋ ਜੁਗ ਅਟਲ ਗੁਰਗੱਦੀ ਤੇ ਵਿਰਾਜਮਾਨ ਚਵਰ ਛਤਰ ਦੇ ਮਾਲਕ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਗੋਦ ਵਿੱਚ ਬੈਠ ਕੇ ਨਾਮ ਬਾਣੀ ਦਾ ਨਿੱਘ ਮਾਣ ਰਹੀ ਸਾਰੀ ਸੰਗਤ, ਜੋ ਆਪਣੇ ਕੰਮ ਧੰਦੇ ਛੱਡ ਕੇ ਉਸ ਵਾਹਿਗੁਰੂ ਪਰਮਾਤਮਾ ਦੇ ਨਾਲ ਮਨ ਜੋੜਨ ਵਾਸਤੇ ਤੇ ਵਾਹਿਗੁਰੂ ਦੀ ਕਿਰਪਾ ਪ੍ਰਾਪਤ ਕਰਨ ਵਾਸਤੇ, ਗੁਰੂ ਗ੍ਰੰਥ ਸਾਹਿਬ ਜੀ ਦੀ ਕਿਰਪਾ ਪ੍ਰਾਪਤ ਕਰਨ ਵਾਸਤੇ ਅੱਜ ਆਪਾਂ ਸਾਰੇ ਗੁਰਦੁਆਰਾ ਸਾਹਿਬ, ਗੁਰਦੁਆਰਾ ਪੰਜਾ ਸਾਹਿਬ ਇਕੱਤਰਿਤ ਹੋਏ ਬੈਠੇ ਹਾਂ। ਇਸ ਤੋਂ ਪਹਿਲਾਂ ਕਿ ਆਪਾਂ ਅਗਲੀਆਂ ਵਿਚਾਰਾਂ ਆਰੰਭ ਕਰੀਏ, ਹਰ ਗੁਰਸਿੱਖ ਦਾ ਫਰਜ਼ ਹੈ ਫਤਿਹ ਗਜਾਉਣੀ, ਫਤਿਹ ਬੁਲਾਉਣੀ, ਬੜੇ ਪਿਆਰ ਦੇ ਨਾਲ, ਬੜੇ ਸਤਿਕਾਰ ਦੇ ਨਾਲ। ਜਦੋਂ ਆਪਾਂ ਦੋਏ ਹੱਥ ਜੋੜ ਕੇ ਫਤਿਹ ਬੁਲਾਵਾਂਗੇ, ਮਨ ਵੇਖੋ ਕਿੰਨਾ ਸ਼ਾਂਤ ਹੋ ਜਾਏਗਾ ਤੇ ਉਸ ਵਾਹਿਗੁਰੂ ਦਾ ਨਾਮ ਵੀ ਲਿਆ ਜਾਏਗਾ। ਬੱਚੇ, ਵੀਰ, ਬਜ਼ੁਰਗ, ਮਾਤਾਵਾਂ, ਭੈਣਾਂ, ਜਿੰਨੇ ਵੀ ਅਸੀਂ ਜੁੜੇ ਬੈਠੇ ਹਾਂ, ਆਓ ਇੱਕ ਵਾਰ ਸਾਰੇ ਦੋਏ ਹੱਥ ਜੋੜੋ, ਨਿਮਰਤਾ ਦੇ ਵਿੱਚ ਆਓ, ਬੁਲਾਓ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਤਾ ਦੇ ਯੋਗ ਹੋ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗੇ ਹੋ। ਦੁਨੀਆ 'ਤੇ ਬੰਦਾ ਆਉਂਦਾ, ਮਨੁੱਖ ਆਉਂਦਾ ਤੇ ਉਸ ਪਰਮਾਤਮਾ, ਉਸ ਵਾਹਿਗੁਰੂ ਨੂੰ ਲੱਭਣ, ਉਸ ਨੂੰ ਮਿਲਣ ਦਾ ਰਸਤਾ ਭਾਲਦਾ ਹੈ। ਅਸੀਂ ਕਿਸੇ ਦੂਸਰੇ ਸ਼ਹਿਰ ਜਾਣਾ ਹੋਵੇ ਤੇ ਉਹਦਾ ਰਸਤਾ, ਅਸੀਂ ਜਿਹੜਾ ਸੌਖਾ ਰਸਤਾ ਅਸੀਂ ਉਹ ਲੱਭਦੇ ਆ, ਛੇਤੀ ਪਹੁੰਚ ਜਾਈਏ ਤੇ ਸੌਖਾ ਰਸਤਾ ਮਿਲ ਜਾਏ। ਉਹਦੇ ਵਾਸਤੇ ਅਸੀਂ ਪੁੱਛ-ਗਿੱਛ ਵੀ ਕਰਦੇ ਹਾਂ। ਕਈ ਵਾਰੀ ਫਿਰ ਅਸੀਂ ਪੁੱਛ-ਗਿੱਛ ਨਹੀਂ ਕਰਦੇ ਤੇ ਰਸਤੇ ਤੋਂ ਕੁਰਸਤੇ ਉਜੜੇ ਪੈ ਜਾਂਦੇ ਆ। ਜਦੋਂ ਬੰਦਾ ਉਜੜੇ ਪੈ ਜਾਏ ਨਾ, ਦੂਜੇ ਰਸਤੇ ਵੱਲ ਚਲਿਆ ਜਾਵੇ, ਫਿਰ ਉਹ ਭਟਕ ਜਾਂਦਾ। ਜਦੋਂ ਬੰਦਾ ਰਸਤਾ ਭਟਕ ਜਾਏ, ਉਦੋਂ ਮੰਜ਼ਿਲ 'ਤੇ ਨਹੀਂ ਪਹੁੰਚ ਸਕਦਾ। ਹਾਂ, ਬੜਾ ਟਾਈਮ ਲੱਗ ਜਾਏਗਾ। ਕੋਈ ਉਹਨੂੰ ਫੇਰ ਮਿਲੇਗਾ
ਕਿ ਉਹ ਰਸਤਾ ਪੁੱਛ ਕੇ ਕੋਈ ਗੁਰਮੁਖ ਪਿਆਰਾ ਕੋਈ ਸਿੱਧੇ ਰਾਹ 'ਤੇ ਪਾਉਣ ਵਾਲਾ ਉਹਨੂੰ ਮਿਲੇਗਾ ਤਾਂ ਉਹਨੂੰ ਰਸਤਾ ਦੁਬਾਰਾ ਮਿਲੇਗਾ, ਫਿਰ ਉਹ ਰਸਤੇ 'ਤੇ ਆ ਜਾਏਗਾ। ਪਰ ਸਮਾਂ ਬਹੁਤ ਲੱਗ ਜਾਏਗਾ। ਕਈ ਵਾਰੀ ਤਾਂ ਐਸਾ ਹੁੰਦਾ ਕਿ ਸਮਾਂ ਨਿਕਲ ਜਾਂਦਾ ਉੱਥੋਂ। ਜਿਹੜਾ ਸਮਾਂ ਇੱਕ ਵਾਰ ਨਿਕਲ ਗਿਆ ਉਹ ਸਮਾਂ ਦੁਬਾਰਾ ਹੱਥ ਨਹੀਂ ਆਏਗਾ। ਅਸੀਂ ਤੁਸੀਂ ਸਾਰੇ ਮਿਹਨਤ ਕਰਕੇ ਦਿਨ ਭਰ ਅਸੀਂ ਮਿਹਨਤ ਕਰਦੇ ਹਾਂ। ਕੋਈ ਬਿਜ਼ਨਸ ਹੈ ਕਿਸੇ ਦਾ, ਕਿਸੇ ਦੀ ਸ਼ੌਪ ਹੈ, ਦੁਕਾਨ ਹੈ, ਕੋਈ ਨੌਕਰੀ ਕਰਦਾ ਹੈ, ਕੋਈ ਖੇਤੀ ਕਰਦਾ ਹੈ, ਕੋਈ ਵਪਾਰ ਕਰਦਾ ਹੈ। ਇਹ ਵੱਖਰੇ ਵੱਖਰੇ ਤਰੀਕੇ ਨੇ ਕਮਾਈ ਕਰਨ ਦੇ। ਕਮਾਈ ਕਿਹੜੀ? ਮਾਇਆ ਕਮਾਉਣ ਦੇ, ਪੈਸੇ ਕਮਾਉਣ ਦੇ ਵੱਖਰੇ ਵੱਖਰੇ ਤਰੀਕੇ ਨੇ। ਅਸੀਂ ਉਹ ਮਿਹਨਤ ਕਰਕੇ, ਮਜ਼ਦੂਰੀ ਕਰਕੇ, ਵਪਾਰ ਕਰਕੇ, ਦੁਕਾਨਾਂ ਦਾ ਕੰਮ ਚਲਾ ਕੇ ਅਸੀਂ ਉਹ ਪੈਸਿਆਂ ਦੀ ਕਮਾਈ, ਮਾਇਆ ਦੀ ਕਮਾਈ, ਧਨ ਦੀ ਕਮਾਈ ਅਸੀਂ ਕਰਦੇ ਹਾਂ। ਲੇਕਿਨ ਅਸੀਂ ਨਾਮ ਦੀ ਕਮਾਈ, ਉਹਦੇ ਬਾਰੇ ਅਸੀਂ ਕਦੇ ਨਹੀਂ ਸੋਚਿਆ ਕਿ ਨਾਮ ਨੂੰ ਕਿਸ ਤਰ੍ਹਾਂ ਕਮਾਇਆ ਜਾਏ। ਪਰ ਦਿਨ ਭਰ ਦੀ ਮਿਹਨਤ ਤੋਂ ਬਾਅਦ, ਆਪਣੇ ਆਪਣੇ ਧੰਦਿਆਂ ਤੋਂ ਬਾਅਦ ਅਸੀਂ ਗੁਰਦੁਆਰਾ ਸਾਹਿਬ ਜ਼ਰੂਰ ਪਹੁੰਚਦੇ ਹਾਂ। ਮੈਂ ਇਹ ਸਮਝਦਾ ਕਿ ਤੁਸੀਂ ਬੜੇ ਭਾਗਾਂ ਵਾਲੇ ਹੋ ਜਿਹੜੇ ਆਪੋ ਆਪਣਾ ਕੰਮ ਮੁਕਾ ਕੇ ਫਿਰ ਵੀ ਗੁਰੂ ਦੇ ਨਾਲ ਆ ਕੇ ਜੁੜਦੇ ਹੋ, ਅਤੇ ਗੁਰੂ ਦੀ ਪਾਤਸ਼ਾਹ ਦੀ ਬਹੁਤ ਰਹਿਮਤ ਹੈ ਤੁਹਾਡੇ 'ਤੇ, ਬੜੀ ਕਿਰਪਾ ਹੈ ਤੁਹਾਡੇ 'ਤੇ। ਆਓ ਵਿਚਾਰ ਕਰੀਏ ਉਸ ਪਰਮਾਤਮਾ, ਉਸ ਵਾਹਿਗੁਰੂ ਨੂੰ ਮਿਲਣ ਵਾਸਤੇ ਅਸੀਂ ਕੀ ਕੀ ਕੁਝ ਕਰਦੇ ਹਾਂ। ਕਈ ਵਾਰੀ ਸਾਨੂੰ ਪਤਾ ਨਹੀਂ ਹੁੰਦਾ। ਮੈਂ ਅਰਜ਼ ਪਹਿਲਾਂ ਕੀਤੀ ਆ ਕਿ ਜਦੋਂ ਰਸਤੇ ਤੋਂ ਭਟਕ ਜਾਈਏ ਨਾ, ਫਿਰ ਉਜੜੇ ਪੈ ਜਾਈਦਾ। ਹੁਣ ਕਿਹੜੇ ਕਿਹੜੇ ਕਰਮ ਅਸੀਂ ਕਰਦੇ ਹਾਂ ਉਸ ਪਰਮਾਤਮਾ ਨੂੰ ਮਿਲਣ ਵਾਸਤੇ, ਉਸ ਵਾਹਿਗੁਰੂ ਨੂੰ ਲੱਭਣ ਵਾਸਤੇ, ਉਸ ਰੱਬ ਨੂੰ ਮਿਲਣ ਵਾਸਤੇ ਅਸੀਂ ਕੀ ਕੀ ਕੁਝ ਕਰਦੇ ਹਾਂ। ਦੁਨੀਆ 'ਤੇ ਆ ਕੇ, ਦੁਨੀਆ ਘੁੰਮ ਕੇ ਵੇਖ ਲਓ, ਸੰਸਾਰ ਸਾਰਾ ਘੁੰਮ ਕੇ ਵੇਖ ਲਓ, ਅੱਜ ਮਾਇਆ ਦੀ ਦੌੜ ਵਿੱਚ ਹੈ। ਚਾਹੇ ਕੋਈ ਦੇਸ਼ ਵਿੱਚ ਹੈ, ਚਾਹੇ ਕੋਈ ਵਿਦੇਸ਼ ਵਿੱਚ ਹੈ, ਅਸੀਂ ਮਾਇਆ ਵਾਸਤੇ ਹੀ ਉਪਰਾਲੇ ਕਰਦੇ ਹਾਂ। ਰੱਬ ਨੂੰ ਲੱਭਣ ਵਾਸਤੇ ਉਪਰਾਲੇ ਅਸੀਂ ਨਹੀਂ ਕਰਦੇ। ਹਾਂ, ਜਿਹੜੇ ਕਰਦੇ ਨੇ ਮੈਂ ਕਹਿੰਦਾ ਉਹ ਧੰਤਾ ਦੇ ਯੋਗ ਨੇ। ਨਹੀਂ ਤੇ ਸਤਿਗੁਰੂ ਕਹਿੰਦੇ ਧੰਦਾ ਕਰਤਿਆਂ ਨੇਫਲ ਜਨਮ ਗਵਾਇਆ, ਸੁਖ ਦਾਤਾ ਮਨ ਨਾ ਵਸਾਇਆ। ਜਿਸ ਵਾਹਿਗੁਰੂ ਨੇ, ਜਿਸ ਪਰਮਾਤਮਾ ਨੇ ਸਾਨੂੰ ਸੁੱਖ ਦੇਣੇ ਸੀ, ਉਸ ਪਰਮਾਤਮਾ ਨੂੰ ਅਸੀਂ ਅੰਦਰ ਵਸਾਇਆ ਹੀ ਨਹੀਂ। ਵਾਂਝੇ ਰਹਿ ਗਏ ਨਾ, ਖਾਲੀ ਰਹਿ ਗਏ ਨਾ, ਸੁੰਨੇ ਰਹਿ ਗਏ ਨਾ। ਇਹ ਮਨ, ਇਹ ਆਤਮਾ ਫਿਰ ਸੁੰਨੀ ਰਹਿ ਗਈ। ਲੋੜ ਆ ਸਾਨੂੰ ਇਸ ਆਤਮਾ ਨੂੰ ਅਸੀਂ ਸਿੰਜੀਏ, ਨਾਮ ਦੇ ਰੰਗ ਦੇ ਵਿੱਚ ਰੱਤ ਦਈਏ ਇਸ ਆਤਮਾ ਨੂੰ। ਫਿਰ ਇਹ ਆਤਮਾ ਉਸ ਪਰਮਾਤਮਾ ਨੂੰ ਚੰਗੀ ਲੱਗੇਗੀ, ਪ੍ਰਵਾਨ ਹੋਵੇਗੀ। ਜੇ ਅਸੀਂ ਨਾਮ ਦੇ ਵਿੱਚ ਰੱਤਦੇ ਨਹੀਂ ਨਾ, ਫਿਰ ਇਹ ਆਤਮਾ ਕਿਸੇ ਕੰਮ ਦੀ ਨਹੀਂ ਹੈ। ਫਿਰ ਤੇ ਪਾਪਾਂ ਵਾਲੀ ਹੋ ਜਾਏਗੀ ਨਾ। ਪਾਪ ਕਰਦਾ, ਪਾਪੀ ਕਰਨ ਵਾਲੇ ਲੋਕਾਂ ਬਾਰੇ ਗੁਰੂ ਗ੍ਰੰਥ ਸਾਹਿਬ ਵਿੱਚ ਲਿਖਿਆ ਹੈ ਕਿ ਪਾਪੀ ਕਰਮ ਕਮਾਮ ਦੇ ਕਰਦੇ ਹਾਏ ਹਾਏ, ਨਾਨਕ ਜੋ ਮਥਨ ਮਾਧਾਣੀਆਂ ਤਿਉ ਮਥੇ ਧਰਮ ਰਾਏ। ਵਿਸ਼ਾ ਇਹ ਨਹੀਂ ਹੈ, ਵਿਸ਼ਾ ਹੈ ਕਿ ਅੱਜ ਅਸੀਂ ਪਰਮਾਤਮਾ ਪਰਮੇਸ਼ਰ ਨੂੰ ਕਿੱਦਾਂ ਮਿਲੀਏ। ਸਬਜੈਕਟ ਇਹ ਹੈ ਅੱਜ ਦੀ ਵਿਚਾਰ ਦਾ ਕਿ ਉਸ ਵਾਹਿਗੁਰੂ ਨੂੰ ਅਸੀਂ ਕਿੱਦਾਂ ਮਿਲੀਏ, ਉਸ ਪਰਮਾਤਮਾ ਨੂੰ ਅਸੀਂ ਕਿੱਦਾਂ ਮਿਲੀਏ, ਉਹਦੇ ਨੇੜੇ ਅਸੀਂ ਕਿੱਦਾਂ ਹੋਈਏ। ਹੁਣ ਦੁਨੀਆ ਦੇ ਉੱਤੇ ਆ ਕੇ ਕੋਈ ਕੋਈ ਕਰਮ ਕਰਦਾ, ਕੋਈ ਕੋਈ ਕਰਮ ਕਰਦਾ, ਲੇਕਿਨ ਅਸੀਂ ਕਰਮ ਕਾਂਡ ਬਹੁਤ ਕਰਦੇ ਹਾਂ। ਅਤੇ ਸਤਿਗੁਰਾਂ ਨੇ ਇਸੇ ਕਰਕੇ ਬਾਣੀ ਵਿੱਚ ਲਿਖ ਦਿੱਤਾ ਕਿ ਕਰਮ ਧਰਮ ਪਾਖੰਡ ਜੋ ਦੀਸੈ, ਤਿਨ ਜਮ ਜਾਗਾਤੀ ਲੂਟੈ, ਨਿਰਵਾਣ ਕੀਰਤਨ ਗਾਵੋ, ਕਰਤੇ ਕਾ ਨਿਮਕ ਸਿਮਰਤ ਜਿਤ ਛੂਟੈ। ਕਹਿੰਦੇ ਧਰਮ ਦੇ ਵਿੱਚ ਰਹਿ ਕੇ ਅਸੀਂ ਐਸੇ ਕਰਮ ਕਰਦੇ ਹਾਂ, ਐਸੇ ਕਰਮ ਕਰਦੇ ਹਾਂ ਜਿਹੜੇ ਨਿਰੇ ਪਖੰਡ ਹੁੰਦੇ ਨੇ, ਜਿਹੜੇ ਨਿਰੇ ਵਹਿਮ ਹੁੰਦੇ ਨੇ।
ਜਿਨ੍ਹਾਂ ਦਾ ਫਾਇਦਾ ਸਾਨੂੰ ਕੋਈ ਨਹੀਂ ਹੁੰਦਾ, ਜਿਨ੍ਹਾਂ ਦਾ ਲਾਭ ਸਾਨੂੰ ਕੋਈ ਨਹੀਂ ਹੁੰਦਾ। ਆਓ ਅੱਜ ਉਹਨਾਂ ਬਾਰੇ ਵਿਚਾਰਾਂ ਕਰੀਏ। ਤੇ ਪ੍ਰਮਾਤਮਾ ਫਿਰ ਸਾਨੂੰ ਕਿਵੇਂ ਮਿਲੇਗਾ, ਵਾਹਿਗੁਰੂ ਕਿਵੇਂ ਮਿਲੇਗਾ, ਅੱਜ ਇਸ ਸ਼ਬਦ ਦੀ ਵਿਚਾਰ ਤੁਹਾਡੇ ਨਾਲ ਸਾਂਝੀ ਕਰੀਏ ਜੀ। ਸ਼ਬਦ ਹੈ ਸੋਰਠ, ਮਹਿਲਾ ਪੰਜਵਾਂ। ਸਤਿਗੁਰੂ ਜੀ ਕਹਿੰਦੇ ਨੇ, ਪਾਠ ਪੜਿਓ ਔਰ ਵੇਦ ਵਿਚਾਰਿਓ, ਨਿਵਲ ਭੁਯੰਗਮ ਸਾਧੇ, ਪੰਜ ਜਨਾ ਸਿਓ ਸੰਗ ਨਾ ਛੁਟਕਿਓ, ਅਧਿਕ ਅਹਮ ਬੁੱਧ ਬਾਂਧੇ, ਪਿਆਰੇ ਇਨ ਬਿਦ ਮਿਲਣ ਨਾ ਜਾਈ, ਮੈਂ ਕੀਏ ਕਰਮ ਅਨੇਕਾਂ, ਹਾਰ ਪਰਿਓ ਸੁਆਮੀ ਕੈ ਦੁਆਰੈ, ਦੀਜੈ ਬੁੱਧ ਬਵੇਕਾ। ਜੋ ਸਿਧਾਂਤ ਹੈ ਨਾ ਇਸ ਪਾਵਨ ਸ਼ਬਦ ਦਾ, ਉਹ ਸਿਧਾਂਤ ਹੈ ਕਿ ਸਤਿਗੁਰੂ ਕਹਿੰਦੇ, ਪਿਆਰੇ ਇਨ ਬਿਦ ਮਿਲਣ ਨਾ ਜਾਈ। ਕਹਿੰਦੇ ਇਹਨਾਂ ਵਿਧੀਆਂ ਦੇ ਨਾਲ, ਇਹਨਾਂ ਤਰੀਕਿਆਂ ਦੇ ਨਾਲ ਤੈਨੂੰ ਵਾਹਿਗੁਰੂ ਨਹੀਂ ਮਿਲੇਗਾ, ਤੈਨੂੰ ਰੱਬ ਨਹੀਂ ਮਿਲੇਗਾ, ਤੈਨੂੰ ਪ੍ਰਮਾਤਮਾ ਨਹੀਂ ਮਿਲੇਗਾ। ਪਿਆਰੇ ਇਨ ਬਿਦ ਮਿਲਣ ਨਾ ਜਾਈ, ਮੈਂ ਕੀਏ ਕਰਮ ਅਨੇਕਾਂ। ਕਹਿੰਦੇ ਮੈਂ ਇੱਦਾਂ ਦੇ ਅਨੇਕਾਂ ਹੀ ਕਰਮ ਕੀਤੇ ਨੇ। ਹੋਇਆ ਕੀ, ਹਾਰ ਪਰਿਓ ਸੁਆਮੀ ਕੈ ਦੁਆਰੈ। ਹਾਰ ਕੇ ਕਹਿੰਦੇ ਮੈਂ ਹਰ ਗਿਆ ਬਿਲਕੁਲ ਇਹ ਕਰਮ ਕਰ ਕਰਕੇ, ਹਰ ਗਿਆ ਮੈਂ ਬਿਲਕੁਲ। ਹਾਰ ਕੇ ਹੰਭ ਕੇ, ਹੇ ਮੇਰੇ ਮਾਲਕ, ਹੇ ਮੇਰੇ ਪ੍ਰਭੂ, ਹੇ ਮੇਰੇ ਵਾਹਿਗੁਰੂ, ਮੈਂ ਤੇਰੀ ਸ਼ਰਨ ਵਿੱਚ ਆਇਆ ਹਾਂ। ਹਾਰ ਪਰਿਓ ਸੁਆਮੀ ਕੈ ਦੁਆਰੈ, ਦੀਜੈ ਬੁੱਧ ਬਵੇਕਾ। ਕਹਿੰਦੇ ਪਰਖ ਵਾਲੀ ਬੁੱਧ, ਬੁੱਧ ਕਹਿੰਦੇ ਨੇ ਅਕਲ ਨੂੰ, ਉਹ ਵਿਚਾਰਵਾਨ ਵਿਵੇਕੀ ਬੁੱਧ ਦੇ ਵਾਹਿਗੁਰੂ ਸੱਚੇ ਪਾਤਸ਼ਾਹ, ਮੈਂ ਤਾਂ ਤੈਨੂੰ ਮਿਲ ਸਕਦਾ। ਹੁਣ ਕਿਹੜੇ ਕਰਮ ਕੀਤੇ ਨੇ ਅਸੀਂ, ਉਹਨਾਂ ਕਰਮਾਂ ਦੇ ਵੱਲ ਸਤਿਗੁਰੂ ਜੀ ਝਾਤ ਪਾਉਂਦੇ ਨੇ। ਸਤਿਗੁਰੂ ਜੀ ਕਹਿੰਦੇ ਨੇ ਕਿ ਪਾਠ ਪੜਿਓ ਔਰ ਵੇਦ ਵਿਚਾਰਿਓ, ਨਿਵਲ ਭੁਯੰਗਮ ਸਾਧੇ। ਜਰਾ ਸੋਚੋ, ਅੱਜ ਦੁਨੀਆ ਤੇ ਪਾਠ ਕਿਤੇ ਥੋੜ੍ਹੇ ਨਹੀਂ ਹੋ ਰਹੇ। ਅਖੰਡ ਪਾਠ ਮੁੱਕਦੇ ਹੀ ਨਹੀਂ। ਅੱਜ ਗੁਰਦੁਆਰਿਆਂ ਦੇ ਵਿੱਚ, ਵੱਡੇ ਗੁਰਦੁਆਰਿਆਂ ਦੇ ਵਿੱਚ ਵੀ 5-5 ਸਾਲ ਦੀ ਬੁਕਿੰਗ ਹੋ ਚੁੱਕੀ ਹੈ ਕਿ ਅਖੰਡ ਪਾਠ ਦਾ ਨੰਬਰ ਹੀ ਨਹੀਂ ਆਉਂਦਾ। 5-5 ਸਾਲ। ਤੇ ਤੁਸੀਂ ਜਾਓ ਨਾ ਜਾਓ, ਅਖੰਡ ਪਾਠ ਹੋ ਜਾਏਗਾ, ਹੁਕਮਨਾਮਾ ਤੁਹਾਨੂੰ ਆ ਜਾਏਗਾ ਘਰੇ। ਸਤਿਗੁਰੂ ਜੀ ਕਹਿ ਰਹੇ ਨੇ, ਮੈਂ ਨਹੀਂ ਕਹਿ ਰਿਹਾ। ਪਾਠ ਪੜ੍ਹਿਓ, ਪੜ੍ਹ ਪੜ੍ਹ ਗੱਡੀ ਲੱਦੀਐ, ਪੜ੍ਹ ਪੜ੍ਹ ਭਰੀਐ ਸਾਥ, ਪੜ੍ਹ ਪੜ੍ਹ ਬੇੜੀ ਪਾਈਐ, ਪੜ੍ਹ ਪੜ੍ਹ ਗੱਡੀਐ ਖਾਤ, ਪੜ੍ਹੀਐ ਜੇਤੇ ਵਰਸ ਵਰਸ, ਪੜ੍ਹੀਐ ਜੇਤੇ ਮਾਸ, ਪੜ੍ਹੀਐ ਨਾਨਕ ਲੇਖੈ ਇੱਕ ਗੱਲ, ਹੋਰ ਹਉਮੈ ਝਖਣਾ ਚਾਖ। ਪੜ੍ਹੀ ਜਾਓ ਜਿੰਨਾ ਮਰਜ਼ੀ। ਅਸੀਂ ਖੂੰਜੇ ਤੇ ਬੈਠ ਕੇ ਗੁਟਕਾ ਲੈ ਕੇ ਪੜ੍ਹਦੇ ਹਾਂ, ਮੁਬਾਰਕ ਹੈ ਪੜ੍ਹੋ। ਇਹ ਨਹੀਂ ਕਿ ਅਸੀਂ ਪੜ੍ਹਨਾ ਨਹੀਂ, ਕੋਈ ਰੋਕਦਾ ਨਹੀਂ ਪੜ੍ਹਨ ਤੋਂ। ਜਦੋਂ ਆਪਾਂ ਸਕੂਲੇ ਜਾਂਦੇ ਹਾਂ ਨਾ, ਸਕੂਲ ਦੇ ਵਿੱਚ ਜਾਂਦੇ ਹਾਂ, ਉੱਥੇ ਮਾਸਟਰ ਕਹਿੰਦਾ ਆਹ ਚੀਜ਼ ਪੜ੍ਹੋ। ਕਾਲਜ ਜਾਂਦੇ ਹਾਂ, ਯੂਨੀਵਰਸਿਟੀ ਜਾਂਦੇ ਹਾਂ, ਉੱਥੇ ਕਹਿੰਦੇ ਪੜ੍ਹੋ। ਪੜ੍ਹਨ ਤੋਂ ਬਾਅਦ ਸਾਨੂੰ ਹੋਮ ਵਰਕ ਦਿੱਤਾ ਜਾਂਦਾ। ਉਹ ਕਿਹਨੇ ਕਰਨਾ ਹੈ? ਅਸੀਂ ਸਕੂਲੇ ਪੜ੍ਹ ਕੇ ਆ ਜਾਈਏ, ਦੂਜੀ ਵਾਰ ਅਸੀਂ ਹੋਮ ਵਰਕ ਨਹੀਂ ਕੀਤਾ ਤੇ ਕੁੱਟ ਪੈ ਗਈ, ਮਾਰ ਪੈ ਗਈ ਸਕੂਲੋਂ ਜਾ ਕੇ, ਪੈ ਗਈ ਨਾ। ਅਸੀਂ ਇੱਥੇ ਪੜ੍ਹ ਕੇ ਬਾਣੀ, ਜੇ ਉਹਦੀ ਵਿਚਾਰ ਹੀ ਨਹੀਂ ਕੀਤੀ, ਉਹਦਾ ਪ੍ਰੈਕਟੀਕਲ ਹੀ ਅਸੀਂ ਕੀਤਾ ਹੀ ਨਹੀਂ, ਬਾਣੀ ਦਾ ਕਿੰਨਾ ਕੁ ਲਾਭ ਹੋਵੇਗਾ? ਇਹ ਨਹੀਂ ਕਿ ਅਸੀਂ ਪੜ੍ਹਨੀ ਨਹੀਂ, ਕਿਤੇ ਇਹ ਨਾ ਭੁੱਲ ਜਾਇਓ। ਪੜ੍ਹਨ ਤੋਂ ਬਾਅਦ ਸਤਿਗੁਰ ਨੂੰ ਸਭ ਕੋ ਵੇਖਦਾ, ਜੇਤਾ ਜਗਤ ਸੰਸਾਰ, ਡਿਠੈ ਮੁਕਤ ਨਾ ਹੋਵੇਂ, ਜਿਚਰ ਸ਼ਬਦ ਨਾ ਕਰੇ ਵਿਚਾਰ। ਸ਼ਬਦ ਕਹਿੰਦਾ ਕੀ ਹੈ? ਸ਼ਬਦ ਕੀ ਕਹਿੰਦਾ? ਅਸੀਂ ਕਦੇ ਉਹਨੂੰ ਫਾਲੋ ਕੀਤਾ? ਅਸੀਂ ਕਦੇ ਉਹਦੀ ਵਿਚਾਰ ਕੀਤੀ ਹੈ ਸ਼ਬਦ ਕੀ ਕਹਿ ਰਿਹਾ?
ਜੋ ਸ਼ਬਦ ਕਹਿ ਰਿਹਾ ਕੀ ਅਸੀਂ ਉਹ ਕਰਦੇ ਹਾਂ ਕਿ ਨਹੀਂ ਕਰਦੇ। ਤਦੇ ਹੀ ਸਤਿਗੁਰਾਂ ਨੇ ਸਾਨੂੰ ਆਖਿਆ, ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਨੇ, ਹਮ ਅੰਧਲੇ ਅੰਧ ਬਿਖੈ ਬਿਕਰਾਤੈ, ਕਿਉਂ ਚਾਲੈ ਗੁਰ ਚਾਲੀ। ਸਤਿਗੁਰ ਦਇਆ ਕਰੇ ਸੁਖ ਦਾਤਾ, ਹਮ ਲਾਵੈ ਆਪਨ ਪਾਲੀ। ਗੁਰਸਿੱਖ ਮੀਤ ਚੱਲੋ ਗੁਰ ਚਾਲੀ। ਚੱਲੋ ਚੱਲੋ ਤੋਂ ਭਾਵ ਹੁੰਦਾ ਕਰੋ, ਮੰਨੋ, ਪ੍ਰੈਕਟੀਕਲ ਕਰੋ। ਗੁਰਸਿੱਖ ਮੀਤ ਚੱਲੋ ਗੁਰ ਚਾਲੀ, ਜੋ ਗੁਰ ਕਹੈ ਸੋਈ ਭਲ ਮਾਨੋ। ਹਰ ਹਰ ਕਥਾ ਨਿਰਾਲੀ। ਜੋ ਗੁਰੂ ਕਹਿ ਰਿਹਾ, ਜੋ ਗੁਰੂ ਗ੍ਰੰਥ ਸਾਹਿਬ ਜੀ ਕਹਿ ਰਿਹਾ ਸੀ ਉਹ ਕਰਨਾ ਆ। ਪਰ ਅਸੀਂ ਤੇ ਹੁਕਮ ਚਲਾਉਂਦੇ ਵੇਖੇ, ਅਸੀਂ ਤੇ ਗੁਰਦੁਆਰਿਆਂ ਵਿੱਚ ਜਾ ਕੇ ਕਹਿੰਦੇ ਜੋ ਅਸੀਂ ਕਹਿ ਰਹੇ ਹਾਂ ਤੁਸੀਂ ਉਹ ਕਰੋ। ਜੋ ਗੁਰੂ ਕਹਿ ਰਿਹਾ ਅਸੀਂ ਨਹੀਂ ਮੰਨਣੀ। ਆ ਬਜ਼ੁਰਗ ਨੂੰ ਆਪਾਂ ਨਲਾ ਧਲਾ ਕੇ ਮੰਜੇ 'ਤੇ ਬਿਠਾਲ ਦਈਏ, ਸੋਹਣੇ ਕੱਪੜੇ ਪਾ ਦਈਏ, ਰੋਟੀ ਵੀ ਸੋਹਣੀ ਦਈਏ, 2 ਵੇਲੇ ਲੈ ਭਾਈਆ ਖਾ ਲਾ, ਲੈ ਬਾਬਾ ਪ੍ਰਸ਼ਾਦਾ ਛਕ, ਤੇਰੇ ਹੇਠਾਂ ਸੋਹਣਾ ਮੰਜਾ ਡਾਹਤਾ, ਸੋਹਣੇ ਤੇਰੇ ਕੱਪੜੇ ਪਾਤੇ, ਤੈਨੂੰ ਰੋਜ਼ ਨਲਾਉਣੇ ਆ, ਤੈਨੂੰ ਰੋਜ਼ ਅਸੀਂ ਤੇਰੇ ਨਵੇਂ ਕੱਪੜੇ ਪਵਾਉਣੇ ਆ। ਤੇ ਭਾਈਆ ਇੱਕ ਦਿਨ ਕਹਿਣ ਲੱਗਾ, ਬਾਬਾ ਇੱਕ ਦਿਨ ਕਹਿਣ ਲੱਗਾ, ਆਓ ਵੇ ਪੁੱਤਰੋ ਇੱਧਰ ਆਓ। ਆ ਗਏ, ਨੇੜੇ ਹੋ ਕੇ ਬਹਿ ਗਏ। ਜਦੋਂ ਬਹਿ ਗਏ ਤੇ ਬਾਬਾ ਕੀ ਆਖਣ ਲੱਗਾ, ਬਾਬਾ ਕਹਿੰਦਾ ਪੁੱਤਰੋ ਸੱਚ ਬੋਲਿਓ। ਬਾਬਾ ਕਹਿੰਦਾ ਪੁੱਤਰੋ ਲੜਿਓ ਨਾ। ਬਾਬਾ ਕਹਿੰਦਾ ਪੁੱਤਰੋ ਨੇਕ ਕਮਾਈਆਂ ਕਰਿਓ। ਕਹਿੰਦੇ ਭਾਈਆ ਆਪਣੀ ਅਕਲ ਆਪਣੇ ਕੋਲੇ ਰੱਖ, ਅਸੀਂ ਉੱਠ ਕੇ ਚੱਲੇ, ਰੋਟੀ ਖਾਣੀ ਆ ਕਿ ਨਹੀਂ ਖਾਣੀ। ਤੂੰ ਸਾਨੂੰ ਮੱਤਾਂ ਦੇਣ ਲੱਗ ਪਿਆ, ਉਮਰ ਤੇਰੀ ਥੋੜ੍ਹੀ ਰਹਿ ਗਈ, ਤੈਨੂੰ ਤੇ ਪ੍ਰਸ਼ਾਦਾ ਪੱਕਿਆ ਪਕਾਇਆ ਮਿਲਦਾ, ਤੂੰ ਰੋਟੀਆਂ ਪੱਕੀਆਂ ਪਕਾਈਆਂ ਖਾਣਾ, ਤੈਨੂੰ ਗੱਲਾਂ ਆਉਣ ਲੱਗ ਪਈਆਂ। ਤੇਰੀ ਗੱਲ ਨਹੀਂ ਮੰਨਣੀ। ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਸੋਹਣੇ ਬਸਤਰ ਪਹਿਨਾਉਣੇ ਵੀ ਹਨ, ਰਸਤਾਂ ਬਸਤਾਂ ਮਾਇਆ ਬੜਾ ਕੁਛ ਅਸੀਂ ਚੜਾਉਂਦੇ ਹਾਂ। ਪਰ ਜਿੱਥੇ ਆ ਜਾਂਦਾ ਸਵਾਲ ਕਿ ਜੋ ਗੁਰ ਕਹੈ ਸੋਈ ਭਲ ਮਾਨੋ, ਉੱਥੇ ਕਹਿੰਦੇ ਗੁਰੂ ਅਸੀਂ ਤੇਰੀ ਗੱਲ ਨਹੀਂ ਮੰਨਣੀ। ਆਖੋ ਪਿਆਰ ਨਾਲ ਸਤਨਾਮ। ਇੱਕ ਵਾਰ ਫਿਰ ਭੈਣੋ ਬੋਲ ਦਿਓ ਸਤਨਾਮ। ਇਹ ਪਾਵਨ ਸਥਾਨ ਪੰਜਾ ਸਾਹਿਬ ਪਵਿੱਤਰ ਸਥਾਨ ਹੈ ਗੁਰੂ ਨਾਨਕ ਸਾਹਿਬ ਜੀ ਦਾ। ਅਸੀਂ 550ਵਾਂ ਪ੍ਰਕਾਸ਼ ਪੁਰਬ ਮਨਾ ਰਹੇ ਹਾਂ। ਇਹ ਥੋੜ੍ਹੇ ਦਿਨਾਂ ਬਾਅਦ ਇੱਥੇ ਬੜੀਆਂ ਰੌਣਕਾਂ ਲੱਗਣਗੀਆਂ। ਪਰ ਜੋ ਗੁਰੂ ਨਾਨਕ ਨੇ ਸਾਨੂੰ ਆਖਿਆ, ਜੋ ਗੁਰੂ ਨਾਨਕ ਨੇ ਸਾਨੂੰ ਉਪਦੇਸ਼ ਕੀਤਾ, ਅੱਜ ਤਾਂ ਹੀ ਅਸੀਂ ਉਸ ਨੂੰ ਮੰਨਿਆ। ਕਰੋ ਵਿਚਾਰ। ਗੁਰੂ ਨਾਨਕ ਦਾ ਉਪਦੇਸ਼ ਮੰਨਿਆ। ਹਾਂ ਮੰਨਿਆ। ਕਿਹਨੇ ਮੰਨਿਆ? ਭਾਈ ਲਹਿੜੇ ਜੀ ਨੇ। ਆ ਹੁਣੇ ਕਰਤਾਰਪੁਰ ਕੋਰੀਡੋਰ ਖੁੱਲ੍ਹ ਰਿਹਾ ਨਾ, ਤੇ ਭਾਈ ਲਹਿਣੇ ਤੇ ਬਖਸ਼ਿਸ਼ ਕਿਹੜੀ ਹੋਈ ਸੀ? ਗੁਰੂ ਸਾਹਿਬ ਦਾ ਕਹਿਣਾ ਮੰਨ ਕੇ ਤੇ ਗੁਰੂ ਨਾਨਕ ਨੇ ਕਿਰਪਾ ਕਰਕੇ ਗੁਰਗੱਦੀ ਭਾਈ ਲਹਿਣਾ ਗੁਰੂ ਅੰਗਦ ਦੇਵ ਸਾਹਿਬ ਜੀ ਨੂੰ ਬਖਸ਼ਿਸ਼ ਕਰ ਦਿੱਤੀ ਸੀ। ਆਖੋ ਪਿਆਰ ਨਾਲ ਸਤਨਾਮ। ਕਹਿਣਾ ਮੰਨਿਆ। ਤੀਸਰੀ ਜੋਤ ਗੁਰੂ ਅਮਰਦਾਸ ਸਾਹਿਬ ਜੀ ਨੇ, ਤੇ ਗੁਰਗੱਦੀ ਪ੍ਰਾਪਤ ਹੋ ਗਈ, ਮਿਲ ਗਈ ਸਤਿਗੁਰਾਂ ਦੀ ਬਖਸ਼ਿਸ਼। ਐਵੇਂ ਗੱਦੀ ਚੱਲਦੀ ਰਹੀ। ਕਹਿਣਾ ਮੰਨਣ ਵਾਲਾ ਜੋ ਗੁਰ ਕਹੈ ਸੋਈ ਭਲ ਮਾਨੋ। ਤੋਂ ਮੈਂ ਵਿਚਾਰ ਕਰ ਰਿਹਾ ਗੁਰਬਾਣੀ ਕੀ ਕਹਿ ਰਹੀ। ਆਪਾਂ ਇੱਥੋਂ ਵਿਸ਼ਾ ਆਰੰਭ ਕੀਤਾ ਕਿ ਪਰਮਾਤਮਾ ਵਾਹਿਗੁਰੂ ਅਕਾਲ ਪੁਰਖ ਨੂੰ ਮਿਲਣ ਵਾਸਤੇ ਆਪਾਂ ਕਿਹੜੇ ਕਿਹੜੇ ਕੰਮ ਕਰਦੇ ਹਾਂ, ਤੇ ਗੁਰੂ ਸਾਹਿਬ ਜੀ ਵੀ ਕੀ ਕਹਿ ਰਹੇ ਨੇ ਕਿ ਸਾਨੂੰ ਪਰਮਾਤਮਾ ਵਾਹਿਗੁਰੂ ਕਿਵੇਂ ਮਿਲੇਗਾ, ਰੱਬ ਕਿਵੇਂ ਮਿਲੇਗਾ। ਸੁਣ ਲਿਓ ਧਿਆਨ ਨਾਲ ਕਿ ਉਹ ਪਰਮਾਤਮਾ ਰੱਬ ਮਿਲੂਗਾ ਕਿਸ ਤਰ੍ਹਾਂ। ਪਾਠ ਪੜ੍ਹਿਓ ਅਰ ਵੇਦ ਵਿਚਾਰਿਓ, ਨਿਬਲ ਭੁਯੰਗਮ ਸਾਧੇ। ਕਹਿੰਦੇ ਅਸੀਂ ਬਹੁਤ ਪਾਠ ਪੜ੍ਹੇ ਤੇ ਵੇਦਾਂ ਦੀ ਵਿਚਾਰ ਵੀ ਬੜੀ ਕੀਤੀ। ਨਿਬਲ ਭੁਯੰਗਮ, ਨਿਬਲ ਭੁਯੰਗਮ ਜਿਹੜਾ ਇਹ ਸਵੇਰੇ ਉੱਠ ਕੇ ਗੋਡਿਆਂ 'ਤੇ ਇਸ ਤਰ੍ਹਾਂ ਹੱਥ ਰੱਖ ਕੇ ਇਹ ਜਿਹੜੀਆਂ ਅੰਤੜੀਆਂ ਹੁੰਦੀਆਂ ਨੇ ਇਹਨਾਂ ਨੂੰ ਭਵਾਉਣਾ ਹੁੰਦਾ, ਇਹ ਸਾਫ਼ ਹੋ ਜਾਣ, ਨਾੜਾਂ ਸਾਫ਼ ਹੋ ਜਾਣ, ਇਹਨੂੰ ਕਹਿੰਦੇ ਨੇ ਨਿਬਲ ਭੁਯੰਗਮ। ਇਹ ਜਿਹੜੇ ਸਿੱਧ ਸਨ, ਜੋਗੀ ਸਨ, ਮਨ ਦਾ ਇੱਕ ਵਹਿਮ ਸੀ ਕਿ ਸ਼ਾਇਦ ਇਹਦੇ ਨਾਲ ਉਮਰ ਵੱਧ ਜਾਏਗੀ। ਇੱਕ ਕਸਰਤ ਹੈ, ਇਹਦੇ ਨਾਲ ਸਰੀਰ ਜਿਹੜਾ
ਬਿਲਕੁਲ ਐਕਟਿਵ ਰਹਿੰਦਾ ਹੈ, ਚੁਸਤੀ ਬਣੀ ਰਹਿੰਦੀ ਹੈ, ਤੁਹਾਡਾ ਸਿਸਟਮ ਜਿਹੜਾ ਉਹ ਸਹੀ ਚੱਲਦਾ ਵਾ। ਕੱਪੜਾ ਆਪਾਂ ਉਹਦੇ ਵਿੱਚ ਮੈਲ ਪੈ ਜਾਂਦੀ ਆ ਨਾ, ਕੱਪੜੇ ਵਿੱਚ ਮੈਲ ਆ, ਕੱਪੜਾ ਪਾਉਂਦੇ ਆ ਤੇ ਉਹਨੂੰ ਆਪਾਂ ਧੋਨੇ ਆ ਉਹਨੂੰ। ਮੂਤ ਪਲੀਤੀ ਕੱਪੜ ਹੋਏ ਦੇ ਸਾਬੂਣ ਲਈਏ ਉਹ ਧੋਏ, ਉਹਨੂੰ ਆਪਾਂ ਧੋ ਲੈਂਦੇ ਆ ਸਾਬਣ ਦੇ ਨਾਲ, ਸਰਫ ਦੇ ਨਾਲ, ਮੈਲਾ ਕੱਪੜਾ ਹੋ ਜਾਏ। ਪਰ ਭਰੀਐ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਵਾਂ ਕੈ ਰੰਗ। ਜਪਜੀ ਸਾਹਿਬ ਦੀ ਬਾਣੀ ਹੈ, ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਹੈ। ਸਾਡੀ ਮੱਤ ਮੈਲੀ ਹੋ ਜਾਏ, ਉਹਨੂੰ ਕਿੱਦਾਂ ਧੋਵਾਂਗੇ? ਨਾਮ ਦੇ ਰੰਗ ਦੇ ਨਾਲ। ਆਖ ਦਿਓ ਪਿਆਰ ਨਾਲ ਵਾਹਿਗੁਰੂ।